पार्लीमेंट च केंद्री बजट पेश किया गया। खेती लिए किन्ने वड्डे उठ रहे सवाल, क्यों अणगौलिया किया गया इस देश की किसानी नूं, इस देश की खेती नूं। 4 साल तक कॉरपोरेट की सेवा च लगे होंगे है तो हुण लास्ट में याद आता है कि बई किसान भी है, गरीब आदमी भी है, मजदूर भी है, सारी गल्लां होंदियां। तो एक्सपैक्टेशन सीगी कि हुण किसानां ते फोकस आएगा, लेकिन आपां जब बजट पढ़िया पूरा तो उहदे विच किसानां दी गल होई नहीं हैगी है। मिडल क्लास और रिच क्लास के ऊपर फोकस बजट का सीगा और ये सोच लिया गया या ये छड़ता गया कि बई किसान जिहड़ा हैगा वो रब दे आसरे। की लगता है कि साडे जिहड़ी देश की रूलिंग क्लास हैगी है वो किसानां नूं इस देश का हिस्सा ही नहीं बनती। कहा तो ये जाता है कि किसान ही इस देश की रूह ते सारा कुछ है। ਤੁਸੀਂ ਐਗਰੀਕਲਚਰ ਨੂੰ ਇੱਕ ਤਰ੍ਹਾਂ ਦਾ ਅਣਦੇਖੀ ਜਿਹਨੂੰ ਆਪਾਂ ਕਹਿੰਦੇ ਹਿੰਦੀ ਵਿੱਚ ਜਾਂ ਤੁਸੀਂ ਇਗਨੋਰ ਕੀਤਾ ਹੈਗਾ ਤੇ ਇਹਦਾ ਮਤਲਬ ਸਪਸ਼ਟ ਹੈ ਕਿ ਅਗਲੇ ਸਾਲਾਂ ਵਿੱਚ ਕੀ ਹੋਏਗਾ। ਕੀ ਲੱਗਦਾ ਹੈ ਕਿ ਜਿਹੜਾ ਖੇਤੀ ਸੈਕਟਰ ਹੈਗਾ ਉਹਨੂੰ ਬਿਲਕੁਲ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ ਕਿ ਇਕਨੋਮਿਸਟ ਵੀ ਤੁਸੀਂ ਅਗਰ ਸਭ ਜਗ੍ਹਾ ਗੱਲ ਕਰੋਗੇ ਉਹ ਵੀ ਇਹੀ ਕਹਿੰਦੇ ਕਿ ਵੀ ਓਵਰਬਰਡਨਡ ਹੈ ਐਗਰੀਕਲਚਰ, ਉੱਥੇ ਲੋਕਾਂ ਨੂੰ ਕੱਢਿਆ ਜਾਏ ਔਰ ਸ਼ਹਿਰ ਵਿੱਚ ਲੈ ਕੇ ਆਇਆ ਜਾਏ। ਸ਼ਹਿਰ ਵਿੱਚ ਕੀ ਕਰਨਗੇ, ਦਿਹਾੜੀ ਮਜ਼ਦੂਰ ਦੀ ਜ਼ਰੂਰਤ ਹੈ। ਦਿਹਾੜੀ ਮਜ਼ਦੂਰ ਤੁਸੀਂ ਖੇਤੀ 'ਚ ਲੋਕੀ ਕੱਢ ਕੇ ਤੁਸੀਂ ਬਣਾਉਣਾ ਚਾਹੁੰਦੇ ਹੋਵੇ ਉਹ ਕਿਹੜੇ ਵਿਕਾਸ ਦਾ ਮਾਡਲ ਹੈਗਾ ਜੀ। 3 ਖੇਤੀ ਜਿਹਨੂੰ ਕਾਲੇ ਕਾਨੂੰਨ ਕਹੇ ਗਏ ਉਹ ਰੱਦ ਕਰਵਾਏ ਗਏ। ਜਦੋਂ ਹੁਣ ਕੁਝ ਨਜ਼ਰ ਨਹੀਂ ਆ ਰਿਹਾ, ਕੀ ਲੱਗਦਾ ਹੈ ਜਿਹੜਾ ਖੇਤੀ ਅੰਦੋਲਨ ਸੀ ਕਿਤੇ ਉਹਦਾ ਵੀ ਸਬਕ ਸਿਖਾਉਣ ਦੀ ਗੱਲ ਹੈ। ਲੋਕਾਂ ਨੇ ਅਪੋਜ਼ ਕੀਤਾ ਸੀ, ਕਿਸਾਨਾਂ ਨੇ ਅਪੋਜ਼ ਕੀਤਾ ਸੀ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਹੈ ਕਿ ਖੇਤੀ 'ਚੋਂ ਕਿਸਾਨ ਕੱਟਣੇ ਚਾਹੀਦੇ ਹੈਗੇ। 47% ਲੋਕ ਜਿਹੜੇ ਹੈਗੇ ਉਹ ਖੇਤੀ 'ਚ ਟਿਕੇ ਹੋਏ। ਇਹਦਾ ਮਤਲਬ ਹੈ ਕਿ 140 ਕਰੋੜ ਦੀ ਪਾਪੂਲੇਸ਼ਨ ਹੈ ਸਾਡੀ, ਤਾਂ ਤਕਰੀਬਨ ਤੁਸੀਂ ਇਹ ਮੰਨ ਕੇ ਚੱਲੋ ਕਿ 60-70 ਕਰੋੜ ਦੇ ਵਿੱਚ ਪਾਪੂਲੇਸ਼ਨ ਜਿਹੜੀ ਹੈ ਉਹ ਖੇਤੀ 'ਤੇ ਡਿਪੈਂਡੈਂਟ ਹੈ। ਨੋਰਮਲੀ ਕੀ ਹੁੰਦਾ ਕਿ ਕਿਤੇ ਨਾ ਕਿਤੇ MSP ਦਾ ਜ਼ਿਕਰ ਹੁੰਦਾ ਹੈਗਾ। ਇਸ ਵਾਰ ਸਵਾਏ ਇਹ ਕਿ ਬਈ ਅਸੀਂ ਇੰਨੇ ਲੱਖ ਕਰੋੜ ਦਾ ਪ੍ਰੋਕਿਉਰਮੈਂਟ ਕਰ ਲਿਆ ਹੈਗਾ, ਉਹਦੇ ਇਲਾਵਾ ਕੋਈ ਜ਼ਿਕਰ ਨਹੀਂ ਹੋਇਆ। 2016 ਵਿੱਚ ਕਿਹਾ ਸੀਗਾ ਅਸੀਂ ਕਿਸਾਨ ਦੀ ਇਨਕਮ ਦੁੱਗਣੀ ਕਰਾਂਗੇ। ਤੁਸੀਂ ਬਜਟ ਦੇਖੋ, ਇਸ ਸਾਲ ਦੇ ਹੋ ਜਾਂ ਪਿਛਲੇ ਸਾਲ ਦੇ ਹੋ, ਦੁੱਗਣੀ ਜਿਹੜੀ ਇਨਕਮ ਕਰਨ ਦੀ ਗੱਲ ਤਾਂ ਖਤਮ ਹੀ ਹੋ ਗਈ ਹੈਗੀ ਹੈ, ਉਹਦੀ ਗੱਲ ਹੀ ਨਹੀਂ ਕੀਤੀ ਜਾਂਦੀ ਹੁਣ। ਕਿ ਹਰ ਜਗ੍ਹਾ ਇਹ ਕਿਹਾ ਜਾਂਦਾ ਕਿ ਖੇਤੀ 'ਚੋਂ ਲੋਕਾਂ ਨੂੰ ਕੱਢ ਕੇ ਸ਼ਹਿਰ ਵਿੱਚ ਲੈ ਕੇ ਆਓ। ਉਹ ਵਿਕਾਸ ਦਾ ਮਾਡਲ ਸਾਡੇ ਦੇਸ਼ ਵਿੱਚ ਨਹੀਂ ਚੱਲ ਸਕਦਾ, ਕਿਉਂਕਿ ਆਫਟਰ ਆਲ ਤੁਸੀਂ 60 ਕਰੋੜ ਲੋਕਾਂ ਨੂੰ ਕਿੱਥੇ ਲੈ ਕੇ ਜਾਓਗੇ। ਆਮਣੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਅਸੀਂ ਨਾਲ ਹਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਤੀ ਮਾਮਲਿਆਂ ਦੇ ਮਾਹਰ ਦਵਿੰਦਰ ਸ਼ਰਮਾ ਦੇ ਨਾਲ। ਆਪਾਂ ਸਾਰੇ ਜਾਣਦੇ ਹਾਂ ਪਾਰਲੀਮੈਂਟ 'ਚ ਕੇਂਦਰੀ ਬਜਟ ਪੇਸ਼ ਕੀਤਾ ਗਿਆ। ਖੇਤੀ ਲਈ ਕਿੰਨੇ ਵੱਡੇ ਉੱਠ ਰਹੇ ਸਵਾਲ, ਕਿਉਂ ਅਣਗੌਲਿਆ ਕੀਤਾ ਗਿਆ ਇਸ ਦੇਸ਼ ਦੀ ਕਿਸਾਨੀ ਨੂੰ, ਇਸ ਦੇਸ਼ ਦੀ ਖੇਤੀ ਨੂੰ। ਇਹਨਾਂ ਮੁੱਦਿਆਂ 'ਤੇ ਆਪਾਂ ਕਰਾਂਗੇ ਚਰਚਾ। ਦਵਿੰਦਰ ਜੀ, ਸਾਡੇ ਪੈਨਲ ਤੇ ਚੈਨਲ ਤੇ ਤੁਸੀਂ ਬੇਨਤੀ ਪ੍ਰਵਾਨ ਕਰਕੇ ਆਏ ਹੋ। ਦੁਨੀਆ ਭਰ 'ਚ ਬੈਠੇ ਪੰਜਾਬੀਆਂ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਦਵਿੰਦਰ ਜੀ, ਦਾ ਆਪਾਂ ਕੇਂਦਰੀ ਬਜਟ ਦੀ ਗੱਲ ਕਰ ਰਹੇ ਹਾਂ। ਦੇਖੋ ਫਿਗਰਸ ਤੇ ਹੋਰ ਬਹੁਤ ਕੁਝ ਉਹਦੇ 'ਚ ਬੀਇੰਗ ਏ ਜਰਨਲਿਸਟ ਆਪਾਂ ਦੇਖੀਏ ਬੜਾ ਜਾਲ ਬਣਿਆ ਹੁੰਦਾ, ਪਰ ਕਿਉਂ ਹੈਗਾ ਕਿ ਅਕਸਰ ਇਹ ਕਿਹਾ ਜਾ ਰਿਹਾ ਹੈ ਕਿਸਾਨੀ ਵੱਲੋਂ ਕਿ ਅਣਗੌਲਿਆ ਕੀਤਾ ਗਿਆ ਹੈ ਕੇਂਦਰੀ ਬਜਟ 'ਚ ਖੇਤੀ ਨੂੰ। ਦੇਖੋ ਜੀ, ਬੜਾ ਕਲੀਅਰ ਹੈਗਾ ਕਿ ਜੋ ਤੁਸੀਂ ਪਹਿਲੇ ਸ਼ੁਰੂਆਤ 'ਚ ਕਿਹਾ ਕਿ ਆਖਰੀ ਬਜਟ ਫੁੱਲ ਫਲੈਜ ਬਜਟ ਹੈਗਾ ਬਿਫੋਰ ਇਲੈਕਸ਼ਨ, ਔਰ ਸਭ ਨੂੰ ਅਪੇਕਸ਼ਾ ਸੀਗੀ ਕਿ ਬਈ 4 ਸਾਲ ਤਾਂ ਸਰਕਾਰਾਂ, ਜੋ ਵੀ ਸਰਕਾਰ ਆਏ, 4 ਸਾਲ ਤੱਕ ਕੌਰਪੋਰੇਟ ਦੀ ਸੇਵਾ 'ਚ ਲੱਗੇ ਹੁੰਦੇ ਹੈ ਤਾਂ ਹੁਣ ਲਾਸਟ ਵਿੱਚ ਯਾਦ ਆਉਂਦਾ ਕਿ ਬਈ ਕਿਸਾਨ ਵੀ ਹੈ, ਗਰੀਬ ਆਦਮੀ ਵੀ ਹੈ, ਮਜ਼ਦੂਰ ਵੀ ਹੈ, ਸਾਰੀ ਗੱਲਾਂ ਹੁੰਦੀਆਂ। ਤਾਂ ਐਕਸਪੈਕਟੇਸ਼ਨ ਸੀਗੀ ਕਿ ਹੁਣ ਕਿਸਾਨਾਂ 'ਤੇ ਫੋਕਸ ਆਏਗਾ, ਲੇਕਿਨ ਆਪਾਂ ਜਦ ਬਜਟ ਪੜ੍ਹਿਆ ਪੂਰਾ ਤਾਂ ਉਹਦੇ ਵਿੱਚ ਕਿਸਾਨਾਂ ਦੀ ਗੱਲ ਹੋਈ ਨਹੀਂ ਹੈਗੀ ਹੈ, ਬਲਕਿ ਕਿਤੇ ਕਿਤੇ ਸ਼ਾਇਦ ਰੈਫਰੈਂਸ ਆ ਗਿਆ ਹੋਏ, ਬਟ ਜਨਰਲੀ ਜਿਹੜਾ ਫੋਕਸ ਸੀਗਾ ਉਹ ਅਮੀਰਾਂ ਤੇ ਤਾਂ ਮਿਡਲ ਕਲਾਸ ਔਰ ਰਿਚ ਕਲਾਸ ਦੇ ਉੱਪਰ ਫੋਕਸ ਬਜਟ ਦਾ ਸੀਗਾ ਔਰ ਇਹ ਸੋਚ ਲਿਆ ਗਿਆ ਜਾਂ ਇਹ ਛੱਡਤਾ ਗਿਆ ਕਿ ਬਈ ਕਿਸਾਨ ਜਿਹੜਾ ਹੈਗਾ ਉਹ ਰੱਬ ਦੇ ਆਸਰੇ। ਠੀਕ ਹੈ ਜੀ, ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਜਿਹੜਾ ਫੋਕਸ ਹੈਗਾ ਜਾਂ ਅਮੀਰਾਂ ਤੇ ਜਾਂ ਮਿਡਲ ਕਲਾਸ ਤੇ। ਕੀ ਲੱਗਦਾ ਹੈ ਕਿ ਸਾਡੇ ਜਿਹੜੀ ਦੇਸ਼ ਦੀ ਰੂਲਿੰਗ ਕਲਾਸ ਹੈਗੀ ਹੈ ਉਹ ਕਿਸਾਨਾਂ ਨੂੰ ਇਸ ਦੇਸ਼ ਦਾ ਹਿੱਸਾ ਹੀ ਨਹੀਂ ਬਣਦੀ। ਕਿਹਾ ਤਾਂ ਇਹ ਜਾਂਦਾ ਹੈ ਕਿ ਕਿਸਾਨ ਹੀ ਇਸ ਦੇਸ਼ ਦੀ ਰੂਹ ਤੇ
ਸਾਰਾ ਕੁਝ ਹੈ। ਇਹ ਬੜੀ ਇੰਪੋਰਟੈਂਟ ਗੱਲ ਹੈਗੀ ਔਰ ਸਮਝਣ ਵਾਲੀ ਹੈਗੀ ਹੈ ਜੀ। ਦੇਖੋ ਨਾ, ਆਪਾਂ ਹਰ ਜਗ੍ਹਾ ਬੋਲਦੇ ਹਾਂ ਕਿ ਰੀੜ੍ਹ ਦੀ ਹੱਡੀ ਖੇਤੀ ਹੈਗੀ ਆ, ਆਪਾਂ ਇਹ ਵੀ ਕਹਿੰਦੇ ਹਾਂ ਕਿ ਬਈ ਕੰਟਰੀ ਦੀ ਜਿਹੜੀ ਬੇਸ ਹੈ, ਫਾਊਂਡੇਸ਼ਨ ਹੈ, ਉਹ ਆਪਾਂ ਜਾਣਦੇ ਹਾਂ ਕਿ ਐਗਰੀਕਲਚਰ ਤੇ ਟਿਕਿਆ ਹੋਇਆ। ਗੱਲਾਂ ਸਾਰੀਆਂ ਹੁੰਦੀਆਂ ਹੈਗੀਆਂ, ਅਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹੈਗੇ ਹਾਂ। ਲੇਕਿਨ ਤੁਸੀਂ ਇਹ ਗੱਲ ਸੋਚੋ ਜਾਂ ਦੇਖੋ ਕਿ ਬਈ ਇਹ ਕਿਆ ਕਾਰਨ ਹੈਗਾ ਕਿ ਬਈ ਇੱਕ ਜਿਹੜੀ ਸੋਚ ਹੈਗੀ ਹੈ। ਹੁਣ ਦੇਖੋ ਨਾ, ਵਿੱਤ ਮੰਤਰੀ ਜੀ ਨੇ ਕਿਹਾ ਹੈਗਾ ਕਿ ਬਈ ਇਹ ਪਹਿਲਾ ਬਜਟ ਹੈਗਾ ਅੰਮ੍ਰਿਤ ਕਾਲ ਪੀਰੀਅਡ ਦਾ। ਅੰਮ੍ਰਿਤ ਕਾਲ ਮਤਲਬ 25 ਸਾਲ ਜਿਹੜੇ ਹੈਗੇ 100 ਸਾਲ ਆਜ਼ਾਦੀ ਦੇ ਹੋਣ ਤੱਕ, ਹਾਂਜੀ, ਉਹਨੂੰ ਆਪਾਂ ਅੰਮ੍ਰਿਤ ਕਾਲ ਕਹਿੰਦੇ ਹੈਗੇ। ਉਹਦਾ ਪਹਿਲਾ ਬਜਟ ਹੈਗਾ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਰੋਡ ਮੈਪ ਤੁਹਾਨੂੰ ਦਰਸਾਏਗਾ ਕਿ ਅਸੀਂ ਅਗਲੇ 25 ਸਾਲਾਂ ਵਿੱਚ ਕਿਸ ਤਰਫ ਜਾਵਾਂਗੇ। ਹੁਣ ਅਗਰ ਅਗਲੇ 25 ਸਾਲਾਂ ਵਿੱਚ ਤੁਸੀਂ ਜਿਹੜੀ ਡਾਇਰੈਕਸ਼ਨ ਦੇ ਰਹੇ ਹੋ, ਉਹਦੇ ਵਿੱਚ ਇੱਕ ਕਲੀਅਰ ਹੋ ਗਿਆ ਕਿ ਤੁਸੀਂ ਐਗਰੀਕਲਚਰ ਨੂੰ ਇੱਕ ਤਰ੍ਹਾਂ ਦਾ ਅਣਦੇਖੀ ਜਿਹਨੂੰ ਆਪਾਂ ਕਹਿੰਦੇ ਹਾਂ ਹਿੰਦੀ ਵਿੱਚ, ਜਾਂ ਤੁਸੀਂ ਇਗਨੋਰ ਕੀਤਾ ਹੈਗਾ, ਤਾਂ ਇਹਦਾ ਮਤਲਬ ਸਪਸ਼ਟ ਹੈ ਕਿ ਅਗਲੇ ਸਾਲਾਂ ਵਿੱਚ ਕੀ ਹੋਏਗਾ। ਸੋ ਸਾਡਾ ਜਿਹੜਾ ਗਰੋਥ ਦਾ ਡਿਵੈਲਪਮੈਂਟ ਦਾ ਮਾਡਲ ਹੈਗਾ, ਉਹ ਐਕਚੁਅਲੀ ਜਿਹੜਾ ਹੈਗਾ ਨਾ ਕਾਰਪੋਰੇਟ ਵਰਲਡ, ਉਹਦੇ ਉੱਪਰ ਟਿਕਿਆ ਹੋਇਆ। ਜੀ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ, ਜਿੱਦਾਂ ਕਿ ਰੋਡ ਮੈਪ ਕਿ ਅਗਲੇ 25 ਸਾਲਾਂ 'ਚ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਜਾਏਗਾ ਸਾਡਾ ਦੇਸ਼। ਕੀ ਲੱਗਦਾ ਹੈ ਕਿ ਜਿਹੜਾ ਖੇਤੀ ਸੈਕਟਰ ਹੈਗਾ ਉਹਨੂੰ ਬਿਲਕੁਲ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ? ਇਦਾਂ ਦੀ ਪਾਲਿਸੀ ਬਣ ਰਹੀ ਹੈ। ਸਾਨੂੰ ਹੈਰਾਨਗੀ ਨਹੀਂ ਹੋਣੀ ਚਾਹੀਦੀ ਹੈ। ਦੇਖੋ, ਇਹ ਮੈਂ ਬਹੁਤ ਵਾਰੀ ਕਿਹਾ ਹੈਗਾ ਕਿ 1996 ਵਿੱਚ ਵਰਲਡ ਬੈਂਕ ਦਾ ਇੱਕ ਸਾਨੂੰ ਇੱਕ ਤਰ੍ਹਾਂ ਦਾ ਜਿਹਨੂੰ ਕਹਿੰਦੇ ਨਾ ਕਿ ਇੱਕ ਮੈਸੇਜ ਸੀਗਾ ਬਹੁਤ ਕਲੀਅਰ ਕਿ ਬਈ ਤੁਸੀਂ 40 ਕਰੋੜ ਲੋਕਾਂ ਨੂੰ ਪਿੰਡਾਂ ਚੋਂ ਕੱਢ ਕੇ ਸ਼ਹਿਰ ਵਿੱਚ ਲੈ ਕੇ ਆਉਣਾ ਹੈ ਅਗਲੇ 20 ਸਾਲਾਂ ਵਿੱਚ, ਯਾਨੀ 2015 ਤੱਕ। ਔਰ ਉਹ ਤਾਂ ਨਹੀਂ ਹੋਇਆ, ਲੇਕਿਨ ਜਿਹੜਾ ਸਰਕਾਰਾਂ ਦੀ ਕੋਸ਼ਿਸ਼ ਰਹੀ ਹੈਗੀ, ਮੈਂ ਇੱਕ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਸਭ ਸਰਕਾਰਾਂ ਦੀ ਕੋਸ਼ਿਸ਼ ਰਹੀ ਹੈ ਕਿ ਜਿੰਨੇ ਅਸੀਂ ਲੋਕਾਂ ਨੂੰ ਖੇਤੀ ਚੋਂ ਕੱਢ ਕੇ ਸ਼ਹਿਰਾਂ ਵਿੱਚ ਲੈ ਕੇ ਆਵਾਂਗੇ। ਔਰ ਇੱਕ ਇਕਨੋਮਿਸਟ ਦੀ ਵੀ ਤੁਸੀਂ ਅਗਰ ਸਭ ਜਗ੍ਹਾ ਗੱਲ ਕਰੋਗੇ, ਉਹ ਵੀ ਇਹੀ ਕਹਿੰਦੇ ਕਿ ਵੀ ਓਵਰਬਰਡਨਡ ਹੈ ਐਗਰੀਕਲਚਰ, ਉੱਥੇ ਲੋਕਾਂ ਨੂੰ ਕੱਢਿਆ ਜਾਏ ਔਰ ਸ਼ਹਿਰ ਵਿੱਚ ਲੈ ਕੇ ਆਇਆ ਜਾਏ। ਸ਼ਹਿਰ ਵਿੱਚ ਕੀ ਕਰਨਗੇ? ਦਿਹਾੜੀ ਮਜ਼ਦੂਰ ਦੀ ਜ਼ਰੂਰਤ ਹੈ। ਹੁਣ ਦੇਖੋ ਨਾ, ਅਗਰ ਦਿਹਾੜੀ ਮਜ਼ਦੂਰ ਤੁਸੀਂ ਖੇਤੀ 'ਚ ਲੋਕੀ ਕੱਢ ਕੇ ਤੁਸੀਂ ਬਣਾਉਣਾ ਚਾਹੁੰਦੇ ਹੋਗੇ, ਉਹ ਕਿਹੜੇ ਵਿਕਾਸ ਦਾ ਮਾਡਲ ਹੈਗਾ ਜੀ? ਇੱਕ ਗੱਲ ਤਾਂ ਇਹ ਹੋ ਗਈ। ਦੂਸਰੀ ਗੱਲ ਹੈ ਕਿ ਉਹੀ ਸੋਚ ਜਿਹੜੀ ਚੱਲਦੀ ਆ ਰਹੀ ਹੈ ਅੱਜ ਦੁਨੀਆ ਵਿੱਚ ਸਿਚੁਏਸ਼ਨ ਅਗਰ ਦੇਖੋ, ਕਿਉਂਕਿ ਅਸੀਂ ਲੋਕ ਜ਼ਿਆਦਾਤਰ ਕੱਟ ਐਂਡ ਪੇਸਟ ਕਰਦੇ ਹੈਗੇ, ਜੋ ਅਮਰੀਕਾ 'ਚ ਹੋ ਰਿਹਾ, ਜੋ ਕੈਨੇਡਾ ਵਿੱਚ ਹੋ ਰਿਹਾ, ਯੂਰਪ 'ਚ ਹੋ ਰਿਹਾ, ਉਹ ਅਸੀਂ ਉਹ ਪਾਲਿਸੀਆਂ ਲੈ ਕੇ ਆਉਂਦੇ ਹਾਂ। ਜੋ ਪਾਲਿਸੀਆਂ ਲੈ ਕੇ ਆਉਂਦੇ ਤੁਸੀਂ ਦੇਖੋ ਅੱਜ ਉੱਥੇ ਕੀ ਪ੍ਰੋਸੈਸ ਚੱਲ ਪਿਆ ਹੈਗਾ ਕਿ ਉਹ ਵੀ ਆਪਣੇ ਜਿਹੜੇ ਬੱਚੇ ਖੁਚੇ ਕਿਸਾਨ ਰਹਿ ਗਏ ਹੈਗੇ, ਉਹਨਾਂ ਨੂੰ ਵੀ ਖੇਤੀ 'ਚ ਕੱਢ ਰਹੇ। ਹੁਣ ਦੇਖੋ ਨਾ, ਹਾਲੈਂਡ ਕੋਲ ਸਿਰਫ 11-12 ਹਜ਼ਾਰ ਕਿਸਾਨ ਹੈਗੇ, ਉਹਨਾਂ ਨੇ ਉਹਦੇ ਵਿੱਚੋਂ 3000 ਕਿਸਾਨ ਨੂੰ ਬੋਲਤਾ ਹੈਗਾ ਕਿ ਤੁਸੀਂ ਖੇਤੀ ਛੱਡ ਦਿਓ। ਹਾਂਜੀ, ਕੋਈ ਵੀ ਆਰਗੂਮੈਂਟ ਹੋ, ਉਹ ਕਲਾਈਮੇਟ ਚੇਂਜ ਦਾ ਆਰਗੂਮੈਂਟ ਲੈ ਕੇ ਉਹ ਲੋਕਾਂ ਨੂੰ ਕੱਢ ਰਿਹਾ ਹੈ। ਹੁਣ ਇਹ ਇੱਕ ਮਿੰਟ, ਇੰਗਲੈਂਡ ਦੇਖੋ ਤੁਸੀਂ, ਇੰਗਲੈਂਡ ਦੇ ਇਲਾਵਾ ਤੁਸੀਂ ਹੋਰ ਯੂਰਪ ਦੇ ਦੇਸ਼ ਦੇਖੋ, ਉਹ ਵੀ ਆਪਣੇ ਲੋਕਾਂ ਨੂੰ ਮੈਸੇਜ ਦੇ ਰਹੇ ਕਿ ਤੁਸੀਂ ਇੱਕ ਵਾਰੀ ਲੈ ਲਓ ਸਾਤੋਂ ਪੈਕੇਜ ਔਰ ਖੇਤੀ ਛੱਡ ਦਿਓ। ਕਹਿਣ ਦਾ ਮਤਲਬ ਹੈ ਕਿ ਦੁਨੀਆ ਸਾਰੀ ਉਸ ਤਰਫ ਮੂਵ ਕਰ ਰਹੀ ਹੈ। ਸਾਡੇ ਦੇਸ਼ ਵਿੱਚ ਵੀ ਨੀਤੀ ਆਯੋਗ ਕੀ ਕਹਿੰਦਾ ਹੈ? ਨੀਤੀ ਆਯੋਗ ਕਹਿੰਦਾ ਹੈ ਕਿ ਜਦ ਤੁਸੀਂ ਅੱਜ ਰੇਟ ਜਿਹੜਾ ਮਾਈਗ੍ਰੇਸ਼ਨ ਦਾ ਹੈਗਾ ਉਹ 1.8% ਹੈ, ਉਹ ਕਹਿੰਦੇ ਕਿ ਜਦ ਰੇਟ 2.4% ਹੋ ਜਾਏਗਾ ਨਾ, ਤਾਂ ਕਿਸਾਨਾਂ ਦੀ ਆਮਦਨੀ ਜਿਹੜੀ ਦੁੱਗਣੀ ਹੋ ਜਾਏਗੀ। ਜੀ, ਇਹ ਦੁੱਗਣੀ ਆਮਦਨ ਦੀ ਗੱਲ ਕਰ ਰਹੇ ਹੋ, ਜਦੋਂ ਤੁਸੀਂ ਬੋਲ ਰਹੇ ਹੋ ਤਾਂ ਮੇਰੇ ਮਨ 'ਚ ਇੱਕ ਸਵਾਲ ਜਿਹੜਾ ਬੜਾ ਕੰਡੇ ਦੀ ਤਰ੍ਹਾਂ ਚੁਭਨ ਹੋ ਰਹੀ ਹੈ, ਮਹਿਸੂਸ ਹੋ ਰਿਹਾ ਹੈ। ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਇਸ ਬਜਟ ਦੇ ਜੇ ਆਪਾਂ ਪਹਿਲਾਂ ਦੀ ਗੱਲ ਕਰੀਏ, ਦੇਖੋ ਬੜਾ ਵੱਡਾ ਕਿਸਾਨੀ ਅੰਦੋਲਨ, 3 ਖੇਤੀ ਜਿਹਨੂੰ ਕਾਲੇ ਕਾਨੂੰਨ ਕਹੇ ਗਏ, ਉਹ ਰੱਦ ਕਰਵਾਏ ਗਏ। ਜਦੋਂ ਹੁਣ ਕੁਝ ਨਜ਼ਰ ਨਹੀਂ ਆ ਰਿਹਾ, ਕੀ ਲੱਗਦਾ ਹੈ ਜਿਹੜਾ ਖੇਤੀ ਅੰਦੋਲਨ ਸੀ ਕਿਤੇ ਉਹਦਾ ਵੀ ਸਬਕ ਸਿਖਾਉਣ ਦੀ ਗੱਲ ਹੈ? ਜਿਹੜਾ ਤੁਸੀਂ ਕਹਿੰਦੇ ਸਬਕ ਸਿਖਾਉਣਾ, ਇਹ ਕੋਟ ਅਨਕੋਟ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੀ ਅੱਜ ਸੋਚ ਚੱਲ ਰਹੀ ਹੈਗੀ ਹੈ, ਉਹ ਬੇਸਿਕਲੀ ਉਹੀ ਜਿਹੜੀ ਜਿਸ ਚੀਜ਼ ਨੂੰ ਲਾਜ਼ ਨੂੰ ਲੋਕਾਂ ਨੇ ਅਪੋਜ਼ ਕੀਤਾ ਸੀ, ਕਿਸਾਨਾਂ ਨੇ ਅਪੋਜ਼ ਕੀਤਾ ਸੀ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਹੈ ਕਿ ਖੇਤੀ 'ਚੋਂ ਕਿਸਾਨ ਕੱਟਣੇ ਚਾਹੀਦੇ ਹੈਗੇ, ਜੋ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਮੁੱਖ ਧਾਰਾ ਵਿੱਚ ਜਿਹੜੀ ਇੱਕ ਥਿੰਕਿੰਗ ਹੈਗੀ ਹੈ, ਉਹਦਾ परिणाम ਹੈ। ਲੇਕਿਨ ਸਭ ਤੋਂ ਬੜੀ ਇੰਪੋਰਟੈਂਟ ਗੱਲ ਹੈ ਕਿ ਵੀ ਜੋ ਵੀ ਕਹਿ ਲਈਏ, ਅੱਜ ਸਾਡੇ ਦੇਸ਼ ਵਿੱਚ ਆਫੀਸ਼ੀਅਲੀ ਜੋ ਫਿਗਰ ਹੈਗੀ ਹੈ 47% ਲੋਕ ਜਿਹੜੇ ਹੈਗੇ ਉਹ ਖੇਤੀ 'ਚ ਟਿਕੇ ਹੋਏ। ਇਹਦਾ ਮਤਲਬ ਹੈ ਕਿ 140 ਕਰੋੜ ਦੀ ਪੋਪੂਲੇਸ਼ਨ ਹੈ ਸਾਡੀ, ਤਾਂ ਤਕਰੀਬਨ ਤੁਸੀਂ ਇਹ ਮੰਨ ਕੇ ਚੱਲੋ ਕਿ 60-70 ਕਰੋੜ ਦੇ ਵਿੱਚ ਪੋਪੂਲੇਸ਼ਨ ਜਿਹੜੀ ਹੈ ਉਹ ਖੇਤੀ ਤੇ ਡਿਪੈਂਡੈਂਟ ਹੈ। ਹੁਣ ਤੁਸੀਂ ਇਹਨਾਂ ਨੂੰ ਜਦ ਤੱਕ ਨਹੀਂ ਉਠਾਓਗੇ, ਇਹਨਾਂ ਨੂੰ ਮਤਲਬ ਐਗਰੀਕਲਚਰ ਨੂੰ ਇਕਨੋਮਿਕਲੀ ਵਾਇਬਲ ਨਹੀਂ ਕਰੋਗੇ, ਤਦ ਤੱਕ ਇਹਨਾਂ ਦੀ ਇਨਕਮ ਨਹੀਂ ਬਣ ਸਕਦੀ। ਜਦੋਂ ਆਪਾਂ ਉਠਾਉਣ ਦੀ ਗੱਲ ਕਰਦੇ ਹਾਂ, ਇਨਕਮ ਵਧਾਉਣ ਦੀ ਗੱਲ ਕਰਦੇ ਹਾਂ, ਇੱਕ ਵੱਡਾ ਸਵਾਲ ਜਿਹੜਾ ਲਗਾਤਾਰ ਖੇਤੀ ਅੰਦੋਲਨ ਦੇ ਦੌਰਾਨ ਵੀ ਚੱਲਦਾ ਰਿਹਾ ਤੇ ਹੁਣ ਵੀ ਹੈ, ਉਹ ਹੈ MSP ਦਾ ਮੁੱਦਾ। ਜਦੋਂ ਆਪਾਂ ਬਜਟ ਤੇ ਨਿਗਾਹ ਮਾਰਦੇ ਹਾਂ ਤਾਂ MSP ਕਿਧਰੇ ਵੀ ਉਹਦੀ ਝਲਕ ਜਾਂ ਨੇੜੇ ਤੇੜੇ ਵੀ ਬਜਟ ਕੋਈ ਉਹਦੀ ਰੂਪਰੇਖਾ ਨਜ਼ਰ ਨਹੀਂ ਆਉਂਦੀ। ਇਸ ਵਾਰ ਤਾਂ ਬਜਟ 'ਚ ਆਈ ਨਹੀਂ ਗੱਲ। ਨੋਰਮਲੀ ਕੀ ਹੁੰਦਾ ਕਿ ਕਿਤੇ ਨਾ ਕਿਤੇ MSP ਦਾ ਜ਼ਿਕਰ ਹੁੰਦਾ ਹੈਗਾ। ਇਸ ਵਾਰ ਸਵਾਏ ਇਹ ਕਿ ਬਈ ਅਸੀਂ ਇੰਨੇ ਲੱਖ ਕਰੋੜ ਦਾ ਪ੍ਰੋਕਿਉਰਮੈਂਟ ਕਰ ਲਿਆ ਹੈਗਾ, ਉਹਦੇ ਇਲਾਵਾ ਕੋਈ ਜ਼ਿਕਰ ਨਹੀਂ ਹੋਇਆ। ਔਰ ਇਹੀ ਇੰਪੋਰਟੈਂਟ ਚੀਜ਼ ਸੀਗੀ। ਦੇਖੋ ਨਾ, ਹੁਣ ਕਿਸਾਨਾਂ ਨੇ ਇੰਨਾ ਬੜਾ ਅੰਦੋਲਨ ਕੀਤਾ, ਉਹ ਵੀ ਗਾਰੰਟਿਡ ਇਨਕਮ ਮੰਗ ਰਹੇ ਹੈਗੇ, ਗਾਰੰਟਿਡ ਕੀਮਤ ਮੰਗ ਰਹੇ ਹੈਗੇ ਆ। ਇਹਦਾ ਮਤਲਬ ਕਿ ਮਿਨੀਮਮ ਸਪੋਰਟ ਪ੍ਰਾਈਸ ਨੂੰ ਕਾਨੂੰਨੀ ਅਧਿਕਾਰ ਬਣਾਇਆ ਜਾਏ। ਸਰਕਾਰ ਨੇ, ਤੁਹਾਨੂੰ ਯਾਦ ਹੋਇਆ, ਕੁਝ ਸਾਲ ਪਹਿਲੇ 2016 ਵਿੱਚ ਕਿਹਾ ਸੀਗਾ ਅਸੀਂ ਕਿਸਾਨ ਦੀ ਇਨਕਮ ਦੁੱਗਣੀ ਕਰਾਂਗੇ। ਤੁਸੀਂ ਬਜਟ ਦੇਖੋ, ਇਸ ਸਾਲ ਦੇ ਹੋ ਜਾਂ ਪਿਛਲੇ ਸਾਲ ਦੇ ਹੋ, ਦੁੱਗਣੀ
ਦੁੱਗਣੀ ਜਿਹੜੀ ਇਨਕਮ ਕਰਨ ਦੀ ਗੱਲ ਤਾਂ ਖਤਮ ਹੀ ਹੋ ਗਈ ਹੈਗੀ ਹੈ, ਉਹਦੀ ਗੱਲ ਹੀ ਨਹੀਂ ਕੀਤੀ ਜਾਂਦੀ ਹੁਣ। ਜਦ ਤੁਸੀਂ ਇਹਦਾ ਮਤਲਬ ਤੁਹਾਡੀ ਜੋ ਤੁਹਾਨੂੰ ਇੰਡੀਕੇਸ਼ਨ ਦੇਸ਼ ਨੂੰ ਦੇਣਾ ਚਾਹੀਦਾ ਸੀ ਅਸੀਂ ਕਿੰਨਾ ਅਚੀਵ ਕਰ ਪਾਏ ਹਾਂ ਦੁੱਗਣੀ ਕਰਨ ਵਾਸਤੇ ਇਨਕਮ ਨੂੰ, ਉਹ ਦੱਸਣਾ ਚਾਹੀਦਾ ਸੀ, ਉਹ ਵੀ ਨਹੀਂ ਦੱਸਿਆ। ਫਿਰ ਇਹ ਵੀ ਨਹੀਂ ਕਿਹਾ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਸੀਗਾ ਗਰੰਟਿਡ ਕਰਨ ਨਾਲ ਅਸੀਂ ਕਿੰਨਾ ਕਿਸਾਨਾਂ ਦਾ ਫਾਇਦਾ ਕਰ ਸਕਦੇ ਹਾਂ, ਜਾਂ ਕਿਉਂਕਿ ਆਫਟਰ ਆਲ ਜਦ ਅਸੀਂ ਇਕਨੋਮੀ ਦੀ ਗੱਲ ਕਰਦੇ ਹਾਂ ਤਾਂ ਸਿਰਫ ਕਾਰਪੋਰੇਟ ਜਗਤ ਨਾਲ ਹੀ ਇਕਨੋਮੀ ਨਹੀਂ ਚੱਲਦੀ ਹੈ। ਇਹ ਬੜੀ ਸੋਚ ਜਿਹੜੀ ਹੈਗੀ ਹੈ ਉਹਨੂੰ ਚੇਂਜ ਕਰਨ ਦੀ ਜ਼ਰੂਰਤ ਹੈਗੀ ਹੈ। ਔਰ ਮੈਨੂੰ ਲੱਗਦਾ ਕਿ ਉਹਨੂੰ ਜਿਹੜੇ ਸਾਡੇ ਦੇਖਣ ਵਾਲੇ ਵੀ ਦਰਸ਼ਕ ਵੀ ਹੈਗੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਹਰ ਜਗ੍ਹਾ ਇਹ ਕਿਹਾ ਜਾਂਦਾ ਕਿ ਖੇਤੀ 'ਚੋਂ ਲੋਕਾਂ ਨੂੰ ਕੱਢ ਕੇ ਸ਼ਹਿਰ ਵਿੱਚ ਲੈ ਕੇ ਆਓ, ਉਹ ਵਿਕਾਸ ਦਾ ਮਾਡਲ ਸਾਡੇ ਦੇਸ਼ ਵਿੱਚ ਨਹੀਂ ਚੱਲ ਸਕਦਾ, ਕਿਉਂਕਿ ਆਫਟਰ ਆਲ ਤੁਸੀਂ 60 ਕਰੋੜ ਲੋਕਾਂ ਨੂੰ ਕਿੱਥੇ ਲੈ ਕੇ ਜਾਓਗੇ। ਐਂਡ ਆਈ ਥਿੰਕ ਦੀ ਬੈਸਟ ਵੇ ਇਜ਼ ਕਿ ਤੁਸੀਂ ਐਗਰੀਕਲਚਰ ਨੂੰ ਇਕਨੋਮਿਕਲੀ ਵਾਇਬਲ ਬਣਾਓ, ਔਰ ਉਹ ਬਣਾ ਸਕਦੇ ਆ ਜੀ। ਜਦੋਂ ਇਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੀ ਗੱਲ ਕਰਦੇ ਦਵਿੰਦਰ ਜੀ, ਕਿਤੇ ਇਹ ਗੱਲ ਤਾਂ ਹੈ ਕਿ ਕਿਸਾਨ ਦੀ ਘੱਟੋ ਘੱਟ ਉਹਦੀ ਜੇਬ 'ਚ ਸਿੱਧੀ ਇਨਕਮ ਕੀ ਆਉਂਦੀ ਹੈ, ਇਹ ਤਾਂ ਇਸ ਗੱਲ ਦੀ ਗਰੰਟੀ ਤਾਂ ਹੋਣੀ ਚਾਹੀਦੀ ਹੈ ਨਾ। ਬਿਲਕੁਲ ਠੀਕ ਹੈ, ਡਾਇਰੈਕਟ ਇਨਕਮ ਕੀ ਹੋਏ ਕਿਸਾਨ ਦੀ। ਦੇਖੋ ਇੱਕ ਤੁਹਾਨੂੰ ਯਾਦ ਹੋਏਗਾ ਜਦ ਆਪਾਂ ਪਹਿਲੀ ਵਾਰੀ ਗੱਲ ਕੀਤੀ ਸੀ ਡਾਇਰੈਕਟ ਇਨਕਮ ਸਪੋਰਟ, ਉਹ ਸੀਗਾ ਤਾਂ ਕਿ ਕੁਝ ਜਿਹੜੀ ਸ਼ਾਰਟਫਾਲ ਹੈਗੀ ਆ ਉਹਨੂੰ ਕਵਰ ਅਪ ਕਰਨ ਵਾਸਤੇ ਸਰਕਾਰ ਇੱਕ ਆਪਣਾ ਸਪੋਰਟ ਸਿਸਟਮ ਦੇਗੀ, ਜੋ 6000 ਰੁਪਏ ਦੇਣੇ ਆਪਾਂ ਸਾਲ ਦਾ, ਹਾਲਾਂਕਿ ਕੁਝ ਵੀ ਸਪੋਰਟ ਨਹੀਂ ਹੋ, 500 ਰੁਪਏ ਪਰ ਮੰਥ ਤਾਂ ਕੋਈ ਜ਼ਿਆਦਾ ਸਪੋਰਟ ਨਹੀਂ ਹੈਗੀ ਨਾ। ਤਾਂ ਉਹ 500 ਰੁਪਏ ਅਗਰ ਕਿਸਾਨ ਦੇ ਨਾਲ ਉਹ ਵੀ ਅੱਧਾ ਬਜਟ ਹੈ। ਦੇਖੋ ਇੰਟਰਸਟਿੰਗਲੀ ਆਪਣਾ ਅਗਰ 1.25 ਲੱਖ ਕਰੋੜ ਦਾ ਬਜਟ ਹੈਗਾ ਐਗਰੀਕਲਚਰ ਦਾ, ਉਹਦੇ 'ਚੋਂ ਅੱਧਾ ਬਜਟ ਤਾਂ 500 ਰੁਪਏ ਕਿਸਾਨ ਨੂੰ ਦੇਣ ਨਾਲ ਬਣ ਜਾਂਦਾ ਹੈਗਾ 60,000 ਕਰੋੜ ਦਾ। ਤਾਂ ਇਹਦਾ ਮਤਲਬ ਹੈ ਕਿ ਉਹ ਤਾਂ ਕੋਈ ਹੈਲਪ ਨਹੀਂ ਹੋਈ ਨਾ ਕਾਇਦੇ ਨਾਲ ਦੇਖੀ ਆਪਾਂ। ਲੇਕਿਨ ਸੱਚਾਈ ਇਹ ਹੈਗਾ ਕਿ ਵੀ ਉਹਦੇ ਜ਼ਿਆਦਾ ਸਾਨੂੰ ਕੁਝ ਐਸੇ ਕਦਮ ਲੈਣੇ ਚਾਹੀਦੇ ਹੈਗੇ ਆ, ਜਾਂ ਜਿਹਨੂੰ ਕਹਿੰਦੇ ਨਾ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਪਬਲਿਕ ਸੈਕਟਰ ਇਨਵੈਸਟਮੈਂਟ। ਉਹ ਤਾਂ ਖੁਦ ਹੀ ਜਿਹੜਾ ਸਰਵੇ ਕਹਿ ਰਿਹਾ ਹੈਗਾ ਕਿ 4.6% ਦੀ ਪਬਲਿਕ ਸੈਕਟਰ ਇਨਵੈਸਟਮੈਂਟ ਹੋਈ ਹੈ, ਇੱਕ ਦਸ਼ਕ ਵਿੱਚ ਸਭ ਤੋਂ ਘੱਟ ਸੀਗੀ ਉਹ। ਇੱਕ ਤਰਫ ਤਾਂ ਉਹ ਹੋ ਗਿਆ, ਇਹਦਾ ਮਤਲਬ ਕਿ ਸਰਕਾਰ ਦੀ ਕੋਈ ਜ਼ਿਆਦਾ ਮਨਸ਼ਾ ਨਹੀਂ ਹੈ। ਦੂਸਰਾ ਕਿ ਤੁਸੀਂ ਬਜਟ ਵਿੱਚ ਉਹਦੇ ਜ਼ਿਕਰ ਹੀ ਨਹੀਂ ਕੀਤਾ ਐਗਰੀਕਲਚਰ ਦਾ। ਇਹ ਮਤਲਬ ਤੁਹਾਡਾ ਕੰਬੀਨੇਸ਼ਨ ਦੇਖੋ ਸਰਵੇ ਦਾ ਔਰ ਨਾਲ ਆਪਣੇ ਬਜਟ ਦਾ, ਤੁਹਾਨੂੰ ਸਾਫ਼ ਨਜ਼ਰ ਆ ਜਾਂਦਾ ਕਿ ਵੀ ਫੋਕਸ ਜਿਹੜਾ ਹੈਗਾ ਉਹ ਐਗਰੀਕਲਚਰ ਤੋਂ ਹਟ ਕੇ ਕਿਤੇ ਹੋਰ ਚਲਾ ਗਿਆ। ਫੋਕਸ ਦੀ ਗੱਲ ਕਰਦੇ ਹਾਂ, ਦੇਖੋ ਜਿੱਦਾਂ ਫਿਗਰਸ ਦਿੱਤੀਆਂ ਜਾਂਦੀਆਂ, ਆਖਰ ਕਿਹਾ ਜਾਂਦਾ ਕਿ ਅੰਕੜਿਆਂ ਦੀ ਖੇਡ ਬਜਟ ਦੇ ਵਿੱਚ ਆਪਾਂ ਵੀ ਜਰਨਲਿਸਟ ਕਵਰ ਕਰਦੇ ਰਹੇ ਹਾਂ, ਤਾਂ ਹੁਣ ਵੀ ਜਿਸ ਤਰੀਕੇ ਨਾਲ ਬਜਟ ਦੇ ਵਿੱਚ ਦਿਖਾਇਆ ਗਿਆ ਕਿ ਇੰਨਾ ਵੱਡਾ ਜਿਹੜਾ ਕਰਜ਼ੇ ਦਾ ਫੰਡ ਉਹਨਾਂ ਲਈ ਕਿਸਾਨਾਂ ਲਈ ਅਸੀਂ ਰੱਖਿਆ, ਕੀ ਲੱਗਦਾ ਹੈ ਕਿ ਕਰਜ਼ਾ ਫੰਡ ਵਧਾਉਣ ਦੇ ਨਾਲ ਕਿਸਾਨ ਦੀ ਹਾਲਤ ਬਦਲ ਜਾਏਗੀ? ਸਰ ਇੱਕ ਚੀਜ਼ ਬੜੀ ਇੰਟਰਸਟਿੰਗ ਇਹ ਹੋ ਰਹੀ ਹੈ, ਤੁਸੀਂ ਅੰਕੜਿਆਂ ਦੀ ਗੱਲ ਕੀਤੀ ਹੈ। ਹੁਣ ਦੇਖੋ ਐਗਰੀਕਲਚਰ ਵਿੱਚ ਅਗਰ ਤੁਸੀਂ ਕੁਝ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨਵੈਸਟਮੈਂਟ ਤਾਂ ਕਰਨੀ ਪਏਗੀ ਨਾ, ਬਜਟ ਪ੍ਰੋਵੀਜ਼ਨ ਤਾਂ ਕਰਨਾ ਪਏਗਾ। ਜਿਹੜਾ ਐਗਰੀਕਲਚਰ ਦਾ ਬਜਟ ਹੈ ਇਸ ਸਾਲ ਟੋਟਲ ਜਿਹੜਾ ਐਗਰੀਕਲਚਰ ਔਰ ਐਲਾਈਡ ਐਕਟੀਵਿਟੀਜ਼ ਦਾ ਹੈ ਉਹ 5% ਘਟ ਗਿਆ ਪਿਛਲੇ ਸਾਲ ਤੋਂ। ਜੇ ਆਪਾਂ ਦੇਖੀਏ PM ਕਿਸਾਨ ਉਹ ਵੀ 12-13% ਘਟ ਗਿਆ ਹੈਗਾ, PM ਫਸਲ ਬੀਮਾ ਯੋਜਨਾ ਉਹ ਵੀ 12-13% ਘਟਿਆ ਹੈਗਾ, ਮਨਰੇਗਾ ਦਾ 33% ਘਟ ਗਿਆ ਹੈਗਾ। ਅੱਛਾ, ਫਿਰ ਤੁਸੀਂ ਮਤਲਬ ਕੁਝ ਰਹਿ ਹੀ ਨਹੀਂ ਗਿਆ ਜਿਹੜਾ ਨਹੀਂ ਘਟਿਆ ਹੋਇਆ, ਜਿਹੜਾ ਸੋਸ਼ਲ ਸੈਕਟਰ ਸਪੈਂਡਿੰਗ ਅਸੀਂ ਕਹਿੰਦੇ ਹੈਗੇ ਆ ਉਹ ਘਟ ਗਈਆਂ। ਜਦ ਤੁਸੀਂ ਐਗਰੀਕਲਚਰ ਨੂੰ ਹਰੇਕ ਚੀਜ਼ ਤੇ ਕੱਟ ਲਗਾਤਾ ਹੈਗਾ, ਫਿਰ ਤੁਸੀਂ ਕਿਹੜਾ ਮਿਰਾਕਲ ਜਾਂ ਕਿਹੜਾ ਚਮਤਕਾਰ ਦੀ ਐਕਸਪੈਕਟੇਸ਼ਨ ਕਰ ਸਕਦੇ ਹੋ? ਮਤਲਬ ਜੇ ਤੁਸੀਂ ਕਾਰਪੋਰੇਟ ਨੂੰ ਇੰਨਾ ਦਿੰਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਸਾਡੀ ਗਰੋਥ ਹੋਏਗੀ, ਉਹਨਾਂ ਦਾ ਪਰਫਾਰਮੈਂਸ बढ़ेगा, ਇੰਡਸਟਰੀਅਲ ਪਰਫਾਰਮੈਂਸ ਹੋ ਜਾਂ ਇੰਪਲੋਇਮੈਂਟ ਜਨਰੇਸ਼ਨ ਹੋਏ। ਐਗਰੀਕਲਚਰ ਤੁਸੀਂ ਕੁਝ ਨਹੀਂ ਦੇ ਕੇ ਸੋਚਦੇ ਹੋ ਕਿ ਆਪਣੇ ਆਪ ਹੀ ਇਹ ਮਿਰਾਕਲ ਕਰ ਦੇਗਾ ਜਾਂ ਚਮਤਕਾਰ ਕਰ ਦੇਗਾ, ਤਾਂ ਹੋ ਨਹੀਂ ਸਕਦਾ ਨਾ ਜੀ। ਦਿੰਦੇ ਜੀ ਤਾਂ ਵੱਡੀਆਂ ਗੱਲਾਂ ਜਿਹੜੀਆਂ ਕਿ ਬਜਟ ਦੇ ਵਿੱਚ ਕੀਤੀਆਂ ਜਾਂਦੀਆਂ, ਸਾਡੇ ਪੋਲੀਟੀਕਲ ਜਿਹੜੇ ਆਗੂ ਹੈਗੇ ਜਦੋਂ ਮੀਡੀਆ 'ਚ ਆਉਂਦੇ ਤਾਂ ਗੱਲਾਂ ਕਰਦੇ ਆ। ਹੁਣ ਆਪਾਂ ਪੰਜਾਬ ਦਾ ਵੀ ਜੇ ਜ਼ਿਕਰ ਕਰੀਏ ਬਜਟ ਦੇ ਲਿਹਾਜ਼ ਨਾਲ ਦੇਖੀਏ, ਇੱਥੇ ਬਹੁਤ ਵੱਡਾ ਇਸ਼ੂ ਹੈ ਕਣਕ ਤੇ ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਦੀ ਗੱਲ। ਉਹਦੇ ਬਾਰੇ ਬਜਟ ਬਿਲਕੁਲ ਚੁੱਪ ਹੈ। ਕਿੱਦਾਂ ਟੁੱਟੇਗਾ ਫਸਲੀ ਚੱਕਰ ਜਾਂ ਬਹੁ ਫਸਲੀ ਸਿਸਟਮ ਕਿਵੇਂ ਲਾਗੂ ਹੋਏਗਾ? ਪੰਜਾਬ ਸਰਕਾਰ ਦੇ ਤਾਂ ਪੱਲੇ ਹੈ ਨਹੀਂ। ਉਹ ਸੋਚ ਤਾਂ ਹੀ ਆਏਗੀ ਨਾ ਜੇ ਅਸੀਂ ਐਗਰੀਕਲਚਰ ਨੂੰ ਰੀਬਿਲਡ ਕਰਨਾ ਚਾਹੁੰਦੇ ਹੈਗੇ ਆ। ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਦੀ ਤੁਸੀਂ ਗੱਲ ਕੀਤੀ ਹੈ ਕਿ ਬਈ ਜਿਹੜਾ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ ਜਾਂ ਪਾਣੀ ਦਾ ਜਿਹੜਾ ਦੋਹਨ ਹੋ ਰਿਹਾ ਹੈਗਾ ਜ਼ਮੀਨ 'ਚੋਂ, ਉਹਦਾ ਪ੍ਰੋਬਲਮ ਆਉਂਦੀ ਹੈ, ਐਨਵਾਇਰਮੈਂਟਲ ਪ੍ਰੋਬਲਮ ਹੈਗੇ, ਸਟਬਲ ਬਰਨਿੰਗ ਤੋਂ ਲੈ ਕੇ ਆਪਾਂ ਸਾਰੇ ਕਹਿੰਦੇ ਆਏ ਕਿੰਨੇ ਸਾਲਾਂ ਤੋਂ ਗੱਲਾਂ ਚੱਲ ਰਹੀਆਂ ਕਿ ਕ੍ਰੌਪ ਡਾਇਵਰਸੀਫਿਕੇਸ਼ਨ ਕਰੋ ਪੰਜਾਬ ਨੂੰ ਜੇ ਬਚਾਉਣਾ ਹੈ। ਤਾਂ ਉਹਦੀ ਗੱਲ ਬਿਲਕੁਲ ਨਹੀਂ ਹੋਈ ਹੈ, ਕਿਉਂਕਿ ਜਿੱਥੇ ਕਰਨਾ ਚਾਹੀਦਾ ਫੋਕਸ ਹੁਣ ਇਹ ਕਹਿ ਦੇਣਾ ਕਿ ਮਿਲਟਸ, ਕਿਉਂਕਿ ਇੰਟਰਨੈਸ਼ਨਲ ਈਅਰ ਆਫ ਦੀ ਮਿਲਟ ਹੈਗਾ, ਤੁਸੀਂ ਉਹਦਾ ਨਾਂ ਬਦਲਤਾ ਮਿਲਟ ਦਾ, ਸ਼੍ਰੀ ਅੰਨ ਕਹਿਤਾ। ਪਹਿਲੇ ਕੋਰਸ ਸੀਰੀਅਲਸ ਕਹਿੰਦੇ ਸੀਗੇ, ਫਿਰ ਅਸੀਂ ਉਹਨੂੰ ਨਿਊਟਰੀ ਸੀਰੀਅਲਸ ਕਹਿਣਾ ਸ਼ੁਰੂ ਕੀਤਾ, ਹੁਣ ਅਸੀਂ ਸ਼੍ਰੀ ਅੰਨ ਕਹਿਣਾ ਸ਼ੁਰੂ ਕਰ ਦੇਵਾਂਗੇ। ਉਹ ਨਾਂ ਬਦਲਣ ਨਾਲ ਨਹੀਂ ਹੁੰਦਾ, ਹਾਂਜੀ, ਲੇਕਿਨ ਅਸੀਂ ਮੰਨਦੇ ਹਾਂ ਕਿ ਬਈ ਨਿਊਟ੍ਰੀਸ਼ਨਲੀ ਬਹੁਤ ਰਿਚ ਹੈ ਉਹ ਔਰ ਐਨਵਾਇਰਨਮੈਂਟ ਵਾਸਤੇ ਅਨੁਕੂਲ ਹੈਗਾ। ਉਹਦੇ ਵਾਸਤੇ ਕੋਈ ਪ੍ਰੋਗਰਾਮ ਤਾਂ ਸਪੈਲ ਆਊਟ ਕਰੋ ਨਾ ਕਿ ਵੀ ਪੰਜਾਬ ਵਿੱਚ ਅਗਰ ਮਿਲਟਸ ਨੂੰ ਲੈ ਕੇ ਆਉਣਾ ਹੈਗਾ ਤਾਂ ਉਹਨਾਂ ਨੂੰ ਕੀ ਤੁਸੀਂ MSP ਦਾ ਕੌਣ ਖਰੀਦੇਗਾ, ਪਹਿਲੇ MSP ਦੀ ਲਾਗਤ ਕਿੰਨੀ ਹੋਏਗੀ, ਉਹਦਾ MSP ਕਿੰਨਾ ਮਿਲੇਗਾ, ਇਹ ਸਾਰੀ ਗੱਲਾਂ ਕਰਕੇ ਹੀ ਤੁਸੀਂ ਇੱਕ ਵਿਕਾਸ ਦਾ ਮਾਡਲ ਦਿਓਗੇ ਨਾ। ਉਹ ਤਾਂ ਗੱਲ ਹੀ ਨਹੀਂ ਹੋਈ ਕਿਤੇ। ਬਿਲਕੁਲ। ਇੱਕ ਐਨਵਾਇਰਨਮੈਂਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਇਹ ਕਹਿੰਦੇ ਕਿ ਅਸੀਂ ਗ੍ਰੀਨ ਸਿਸਟਮ ਸਾਰਾ ਹੋਰ ਜਿਹੜਾ ਉਹਨੂੰ ਲਾਗੂ ਕਰਨਾ ਹੈਗਾ। ਪਰਾਲੀ ਦੇਖੋ ਲਗਾਤਾਰ ਕਿੰਨੇ ਸਾਲਾਂ ਤੋਂ ਪਰਾਲੀ ਨੂੰ ਲੈ ਕੇ ਜਿਹੜਾ ਹੈਗਾ ਝੋਨੇ ਦਾ ਜਿਹੜਾ ਸਿਸਟਮ ਹੈਗਾ ਕਿ ਕਿੱਦਾਂ ਇਹਨੂੰ ਹੱਲ ਕੀਤਾ ਜਾਏ। ਪੰਜਾਬ ਸਰਕਾਰ ਵੱਲੋਂ ਵੀ ਲਿਖਿਆ ਹੈਗਾ ਕਿ ਪਰ ਏਕੜ 1500 ਰੁਪਏ ਦਾ ਘੱਟੋ ਘੱਟ ਇੱਕ ਕਿਸਾਨ ਨੂੰ ਦਿੱਤਾ ਜਾਵੇ, ਪਰ ਬਜਟ ਬਿਲਕੁਲ ਹੀ ਚੁੱਪ ਹੈ। ਕੋਈ ਗੱਲ ਜਿਹੜਾ ਹੁਣ ਪਾਰੰਪਰਿਕ ਵਾਤਾਵਰਨ ਦੀ ਗੱਲ ਕਰਦੇ ਬਿਲਕੁਲ ਠੀਕ ਹੈ।
क्या कहते हैं हिंदी च या ਜਿਹਨੂੰ ਕਹਿੰਦੇ ਆਪਾਂ ਆਰਗੈਨਿਕ ਫਾਰਮਿੰਗ ਜਾਂ ਨੈਚੁਰਲ ਫਾਰਮਿੰਗ ਦੀ ਤਰਫ ਪਰੰਪਰਿਕ ਖੇਤੀ ਕੁਦਰਤੀ ਖੇਤੀ ਜਿਹੜਾ ਕਹਿੰਦੇ ਹੈਗੇ ਉਹਦੇ ਉੱਪਰ ਫੋਕਸ ਕਿ ਸਰਕਾਰ ਨੇ ਦਿਖਾਇਆ ਹੈ। ਸਰਕਾਰ ਇਹ ਕਹਿੰਦੀ ਹੈ ਕਿ ਅਸੀਂ 3 ਸਾਲਾਂ ਵਿੱਚ 1 ਕਰੋੜ ਕਿਸਾਨਾਂ ਨੂੰ ਇਸ ਪਾਸੇ ਲਾਵਾਂਗੇ ਕੈਮੀਕਲ ਤੋਂ ਨਾਨ ਕੈਮੀਕਲ। ਇੱਕ ਗੱਲ ਕੀਤੀ ਉਹਨਾਂ ਨੇ। ਦੂਸਰਾ ਉਹਨਾਂ ਨੇ ਕਿਹਾ ਕਿ ਗ੍ਰੀਨ એનર્ਜੀ ਗ੍ਰੀਨ ਐਗਰੀਕਲਚਰ ਇਹ ਸਾਰੀ ਗੱਲ ਤੇ ਫੋਕਸ ਆਏਗਾ। ਔਰ ਅਸੀਂ ਇਹ ਹਰ ਵਾਰ ਕਹਿੰਦੇ ਆਏ ਕਿ 2 ਚੀਜ਼ਾਂ ਤੇ ਫੋਕਸ ਦੇਣ ਦੀ ਜ਼ਰੂਰਤ ਹੈਗੀ ਹੈ। ਇੱਕ ਤਾਂ ਦੇਣਾ ਹੈ ਕਿ ਇਨਕਮ, ਕਿਸਾਨ ਦੀ ਇਨਕਮ ਕਿਸ ਤਰ੍ਹਾਂ बढ़े, ਉਹਦੀ MSP ਕਿਸ ਤਰ੍ਹਾਂ ਅਸ਼ੋਰ ਹੋਏ, ਇੱਕ ਗੱਲ ਤਾਂ ਇਹ ਬਹੁਤ ਇੰਪੋਰਟੈਂਟ ਹੈ। ਦੂਸਰਾ ਹੈਗਾ ਕਿ ਐਗਰੀਕਲਚਰ ਨੂੰ ਕਿਸ ਤਰ੍ਹਾਂ ਹੁਣ ਚੇਂਜ ਕੀਤਾ ਜਾਏ, ਜਿਹੜੀ ਉਹਦੀ ਪੱਧਤੀ ਹੈ ਉਹਨੂੰ ਬਦਲਿਆ ਜਾਏ ਫਰੋਮ ਕੈਮੀਕਲ ਟੂ ਨਾਨ ਕੈਮੀਕਲ ਐਗਰੀਕਲਚਰ। ਔਰ ਇਹ ਸਟੈਪ ਅੱਛਾ ਹੈ। ਸਰਕਾਰ ਨੇ ਕਿਹਾ ਕਿ ਅਸੀਂ 3 ਸਾਲਾਂ ਵਿੱਚ ਕਰਾਂਗੇ। ਅਗਰ 1 ਕਰੋੜ ਕਿਸਾਨ ਹੋਰ ਉਹਨਾਂ ਨੂੰ ਲੈ ਕੇ ਜਾਂਦੇ ਹੈਗੇ। ਆਲਰੇਡੀ ਸਾਡੇ ਕੋਲ 44 ਲੱਖ ਕਿਸਾਨ ਹੈਗੇ ਜਿਹੜੇ ਆਰਗੈਨਿਕ ਖੇਤੀ ਜਾਂ ਨੈਚੁਰਲ ਫਾਰਮਿੰਗ ਖੇਤੀ ਕਰਦੇ ਆ ਦੇਸ਼ ਵਿੱਚ। ਜ਼ਿਆਦਾ ਬੜਾ ਨੰਬਰ ਨਹੀਂ ਹੈ ਲੇਕਿਨ ਫਿਰ ਵੀ ਦੇਖੀਏ ਤਾਂ ਕੋਈ ਘੱਟ ਵੀ ਨਹੀਂ ਹੈਗਾ ਉਸ ਤਰੀਕੇ ਨਾਲ ਜਿਸ ਤਰ੍ਹਾਂ ਗਲੋਬਲ ਸ਼ਿਫਟ ਹੋ ਰਿਹਾ ਹੈਗਾ। ਦੂਸਰੀ ਗੱਲ ਹੈ ਕਿ ਬਈ ਤੁਸੀਂ ਇਹ ਵੀ ਦੇਖੋ ਕਿ ਯੂਰਪੀਅਨ ਯੂਨੀਅਨ ਨੇ ਤਕਰੀਬਨ 264 ਬਿਲੀਅਨ ਯੂਰੋਜ਼ ਦਾ ਪ੍ਰਾਵਧਾਨ ਕੀਤਾ ਆਪਣੇ ਬਜਟ ਵਿੱਚ ਉਹ ਮੂਵ ਕਰਨ ਵਾਸਤੇ ਫਰੋਮ ਕੈਮੀਕਲ ਟੂ ਨਾਨ ਕੈਮੀਕਲ। ਹਿੰਦੁਸਤਾਨ ਵੀ ਤਾਂ ਬਜਟ ਹੋਣਾ ਚਾਹੀਦਾ ਨਾ ਉਹਦੇ ਵਾਸਤੇ। ਸਾਨੂੰ ਉਹਦਾ ਬਜਟ ਦਾ ਪ੍ਰੋਵੀਜ਼ਨ ਹੋਏ ਫਿਰ ਨਾਲ ਆਪਣਾ ਪ੍ਰੋਗਰਾਮ ਬਣ ਕੇ ਆਏ ਤਾਂ ਗੱਲ ਹੋਏਗੀ। ਦੂਜੀ ਗੱਲ ਇੱਕ ਹੋਰ ਮੈਂ ਅਗਰ ਤੁਸੀਂ ਮੈਨੂੰ ਟਾਈਮ ਦਿਓ ਉਹ ਗੱਲ ਕਰਦੇ ਨਾ ਆਪਾਂ ਕਿ ਵੀ ਤੁਸੀਂ ਕਿਹਾ MSP ਹੋਣਾ ਚਾਹੀਦਾ। ਹੁਣ ਦੇਖੋ ਇੰਟਰਸਟਿੰਗ ਕਿਸਾਨ ਸਾਡੇ ਨਾਲ ਪ੍ਰੋਟੈਸਟ ਕੀਤਾ ਇੰਨਾ ਸਾਰਾ ਕਿ ਲੇਕਿਨ ਗਵਰਨਮੈਂਟ ਕਹਿੰਦੀ ਹੈ ਕਿ ਇਹਦੇ ਨਾਲ ਮਾਰਕੀਟ ਡਿਸਟੋਰਟ ਹੋ ਜਾਏਗੀ। ਤੁਸੀਂ ਸੁਣਿਆ ਹੋਏਗਾ ਹਰ ਵਾਰ ਕਹਿੰਦੇ ਕਿ ਮਾਰਕੀਟ 'ਚ ਉਤਰ ਪੁਤਰ ਹੋ ਜਾਏਗਾ, ਅਸੀਂ ਨਹੀਂ ਕਰ ਸਕਦੇ। ਉਹ ਸਾਰਾ ਕਿਸਾਨ ਦੇ ਸਿਰ ਭਾਂਡਾ ਹਾਂਜੀ। ਚੀਨੀ ਮਿੱਲਾਂ ਹੈਗੀਆਂ ਸਾਡੇ ਦੇਸ਼ ਵਿੱਚ ਤਕਰੀਬਨ 490। ਚੀਨੀ ਮਿੱਲਾਂ ਦੇ ਪ੍ਰੋਫਿਟ ਘਟ ਰਹੇ ਹੈਗੇ ਆ ਕਿਉਂਕਿ ਜੋ ਵੀ ਕਾਰਨ ਹੈਗੇ ਹੈ ਨਾ। ਸਰਕਾਰ ਨੇ ਕੀ ਕੀਤਾ ਉਹਨਾਂ ਵਾਸਤੇ ਇੱਕ ਮਿਨੀਮਮ ਸੇਲ ਪ੍ਰਾਈਸ ਕਰਤਾ 31 ਰੁਪਏ ਪ੍ਰਤੀ ਕਿਲੋ ਤੇ ਘੱਟ ਤੁਹਾਨੂੰ ਕੋਈ ਚੀਨੀ ਮਿਲ 'ਚ ਅੱਜ ਚੀਨੀ ਨਹੀਂ ਵੇਚਦੀ। ਜੇ ਅਸੀਂ ਕੰਪੀਟੀਟਿਵ ਪ੍ਰਾਈਸ ਕਹਿੰਦੇ ਹੈਗੇ ਆ ਤਾਂ ਓਪਨ ਕਰੋ, ਉਹਨਾਂ ਨੂੰ ਪ੍ਰਾਈਸ ਹੋਰ ਥੱਲੇ ਗਿਰਨ ਤਾਂ ਕੰਜ਼ਿਊਮਰ ਨੂੰ ਫਾਇਦਾ ਹੋਏਗਾ। ਲੇਕਿਨ ਇੱਥੇ ਉਹਨੂੰ ਇੰਡਸਟਰੀ ਨੂੰ ਬਚਾਉਣ ਵਾਸਤੇ ਤੁਸੀਂ 31 ਰੁਪਏ ਦਾ ਇੱਕ ਮਿਨੀਮਮ ਸੇਲ ਪ੍ਰਾਈਸ ਰੱਖਤਾ। ਇਹੀ ਤਾਂ ਕਿਸਾਨ ਮੰਗ ਰਹੇ। ਕਿਸਾਨ ਵੀ ਤਾਂ ਇਹੀ ਕਹਿ ਰਹੇ ਕਿ ਸਾਨੂੰ ਵੀ ਇੱਕ ਆਪਣੀ ਫਸਲਾਂ ਵਾਸਤੇ ਇੱਕ ਬੈਂਚਮਾਰਕ ਬਣਾ ਦਿਓ ਜਾਂ ਲੀਗਲ ਕਾਨੂੰਨੀ ਅਧਿਕਾਰ ਦੇ ਦਿਓ, ਥੱਲੇ ਨਹੀਂ ਖਰੀਦ ਹੋਏਗੀ। ਮੈਂ ਇਹ ਸਮਝ ਨਹੀਂ ਆਉਂਦਾ ਕਿ ਇੰਡਸਟਰੀ ਵਾਸਤੇ ਤਾਂ ਉਹ ਜਦ ਇਸ ਤਰ੍ਹਾਂ ਕਰਦੇ ਆ ਤਾਂ ਇਕਨੋਮਿਕ ਗਰੋਥ ਹੋ ਜਾਂਦੀ ਹੈ। ਜਦ ਕਿਸਾਨ ਵਾਸਤੇ ਕਰਦੇ ਆ ਤਾਂ ਕਹਿੰਦੇ ਆ ਜੀ ਕਿ ਮਾਰਕੀਟ ਡਿਸਟੋਰਟ ਹੋ ਜਾਏਗੀ। ਇਹਦਾ ਮਤਲਬ ਸਾਫ਼ ਹੈ ਕਿ ਤੁਸੀਂ ਇੰਡਸਟਰੀ ਦੀ ਮਦਦ ਕਰਨਾ ਚਾਹੁੰਦੇ ਹੋ। ਤੁਹਾਡੀ ਸਾਰੀ ਇੱਛਾ ਹੈ। ਮੁੱਦੇ ਤੇ ਗੱਲ ਕਰਦੇ ਨਾ ਜਦੋਂ ਖੇਤੀ ਲਈ ਕੋਈ ਦੇਣਾ ਸਬਸਿਡੀ ਦੀ ਗੱਲ ਕਰਦੇ ਆ ਤਾਂ ਉਹ ਕਹਿੰਦੇ ਕਿਸਾਨ ਨੂੰ ਕਿਉਂ ਲਟਾਇਆ ਜਾ ਰਿਹਾ। ਬਿਲਕੁਲ ਠੀਕ ਕਹਿ ਰਹੇ ਹੋ। ਜੇ ਐਗਰੀਕਲਚਰ ਸੈਕਟਰ ਨੂੰ ਜਾਂਦਾ ਤਾਂ ਕੋਈ ਗੱਲ ਨਹੀਂ। ਜਿਸ ਮੁੱਦੇ ਤੇ ਆਪਾਂ ਜ਼ਿਕਰ ਕਰ ਰਹੇ ਹਾਂ ਦੇਖੋ ਕਿ ਕਿੱਦਾਂ ਦਾ ਬਜਟ ਜਿਹੜਾ ਦਿਖਾਇਆ ਗਿਆ 6.5% ਦੀ ਜੋ ਵਿਕਾਸ ਦਰ ਦੀ ਗੱਲ ਕਰਦੇ ਆ। ਕਹਿੰਦੇ ਕਿ ਦੇਖੋ ਜੀ ਸਾਡੀ ਇਕੋਨਮੀ ਇੰਟਰਨੈਸ਼ਨਲ ਤੇ ਦੇਖੇ ਤੇ ਅਸੀਂ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਾਂ। ਪਰ ਜੇ ਸਾਡਾ ਰੁਜ਼ਗਾਰ ਨਹੀਂ ਰਹੇਗਾ ਜਾਂ ਸਾਡਾ ਕਿਸਾਨ ਨਹੀਂ ਰਹੇਗਾ ਤਾਂ ਵਿਕਾਸ ਦਰ 6.5 ਹੋਵੇ ਜਾਂ 7 ਹੋ ਜਾਏ ਉਹਦੇ ਨਾਲ ਕੀ ਫਰਕ ਪਏਗਾ ਕਿਉਂਕਿ ਦੇਸ਼ ਦੇ ਲੋਕਾਂ ਨੂੰ ਕੋਈ ਨਹੀਂ ਮਿਲ ਰਿਹਾ। ਇਕਨੋਮਿਕ ਡਿਜ਼ਾਈਨ ਇਸ ਤਰ੍ਹਾਂ ਖਿੱਚਿਆ ਗਿਆ ਹੈਗਾ ਜਾਂ ਇਸ ਤਰ੍ਹਾਂ ਬਣਾਇਆ ਗਿਆ ਹੈਗਾ ਸਾਡੇ ਲੋਕਾਂ 'ਚ ਭਰਿਆ ਗਿਆ ਹੈ ਓਰੀਐਂਟੇਸ਼ਨ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਜਾਂ ਪ੍ਰੋਗਰਾਮਿੰਗ ਕੋ ਆਪਣੇ ਸਾਡੀ ਹੋ ਚੁੱਕੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਗਰੋਥ ਇਜ਼ ਦੀ ਟੱਚਸਟੋਨ ਟੂ ਡਿਵੈਲਪਮੈਂਟ। ਔਰ ਸਾਰਾ ਬੰਦਾ ਇਹੀ ਸੋਚਦਾ ਹੈ ਜਿਹੜਾ ਵੀ ਪੜ੍ਹਿਆ ਲਿਖਿਆ ਬੰਦਾ ਹੈਗਾ ਕਿ ਜਦ ਤੱਕ ਗਰੋਥ ਨਹੀਂ ਹੋਏਗੀ ਦੇਸ਼ ਦਾ ਵਿਕਾਸ ਨਹੀਂ ਹੋਏਗਾ। ਔਰ ਜੋ ਤੁਸੀਂ ਸਵਾਲ ਪੁੱਛਿਆ ਹੈਗਾ ਕਿ ਬਈ ਇੰਪਲੋਇਮੈਂਟ ਅਗਰ ਨਹੀਂ ਹੋਏਗੀ ਦੇਸ਼ ਵਿੱਚ ਤਾਂ ਇਹ ਗਰੋਥ ਦੀ ਫਿਗਰਸ ਦਾ ਕੋਈ ਮਤਲਬ ਨਹੀਂ ਹੈਗਾ। ਹਾਂਜੀ ਬਿਲਕੁਲ ਠੀਕ ਹੈ। ਇੱਕ ਤਾਂ ਇਹ ਗੱਲ ਤੁਸੀਂ ਕਹਿ ਰਹੇ ਹੋ ਇੰਪਲੋਇਮੈਂਟ। ਦੂਸਰੀ ਗੱਲ ਕਿ ਐਗਰੀਕਲਚਰ ਸਾਡੇ ਕੋਲ 2 ਸੈਕਟਰ ਜਿਹੜੇ ਹੈਗੇ ਬੜੇ ਇੰਪੋਰਟੈਂਟ ਹੈਗੇ। ਇੱਕ ਤਾਂ ਇੰਪਲੋਇਮੈਂਟ ਜਨਰੇਸ਼ਨ, ਦੂਜਾ ਐਗਰੀਕਲਚਰ। ਮੇਰਾ ਮਤਲਬ ਹੈ ਕਿ ਮੇਰਾ ਸੋਚਣਾ ਹੈ ਕਿ ਦੋਨੋਂ ਵੀ ਬੜੇ ਜ਼ਬਰਦਸਤ ਲਿੰਕ ਹੈਗੇ, ਬੜੇ ਇੰਟ੍ਰਿਕੇਟਲੀ ਲਿੰਕਡ ਹੈਗੇ। ਦੇਖੋ ਜਦ ਆਪਾਂ ਕਹਿੰਦੇ ਹਾਂ ਕਿ 60 ਕਰੋੜ ਲੋਕੀ ਖੇਤੀ ਨਾਲ ਜੁੜੇ ਹੋਏ ਆ, ਉਹਨਾਂ ਦੀ ਫੈਮਿਲੀ ਮਿਲਾ ਲਈਏ ਕਿਸਾਨਾਂ ਦੀ, ਉਹਨਾਂ ਨੂੰ ਜੋੜ ਕੇ 60 ਕਰੋੜ ਲੋਕੀ ਹੋ ਗਏ। ਉਹ 60 ਕਰੋੜ ਲੋਕੀ ਜਿਹੜੇ ਹੈਗੇ ਉਹ ਵੀ ਤਾਂ ਇੰਪਲੋਇਮੈਂਟ ਜਨਰੇਸ਼ਨ ਹੈ। ਅਸੀਂ ਕਿਉਂ ਮੰਨਦੇ ਹਾਂ ਕਿ ਸ਼ਹਿਰਾਂ ਵਿੱਚ ਜਿਹੜੀ ਜਨਰੇਸ਼ਨ ਹੋਏਗੀ ਇੰਪਲੋਇਮੈਂਟ ਦੀ, ਚਾਹੇ ਚੌਕੀਦਾਰ ਹੋਏ ਚਾਹੇ ਗੇਟਕੀਪਰ ਹੋਏ, ਇਹਨਾਂ ਨੂੰ ਅਸੀਂ ਇੰਪਲੋਇਮੈਂਟ ਉਹੀ ਰੋਜ਼ਗਾਰ ਹੈ। ਤੇ ਜੇ ਆਪਾਂ ਕਿਸਾਨਾਂ ਨੂੰ ਇੱਕ ਵਿਵਸਾਏ ਦੇਈਏ ਜਾਂ ਉਹ ਐਗਰੀਕਲਚਰ ਨੂੰ ਬਿਲਡਅਪ ਕਰੀਏ ਕਿ ਉਹ ਸੈਕਿੰਡ ਇੰਜਨ ਆਫ ਇਕਨੋਮਿਕ ਗਰੋਥ ਬਣ ਜਾਏ। ਦੇਖੋ ਨਾ ਸਾਡਾ ਸਾਰਾ ਫੋਕਸ ਕਾਰਪੋਰੇਟ ਤੇ ਹੈਗਾ ਕਿ ਇਟਸ ਇੰਜਨ ਆਫ ਇਕਨੋਮਿਕ ਗਰੋਥ। ਅਸੀਂ ਕਿਉਂ ਨਹੀਂ ਇਹ ਧਿਆਨ ਦੇ ਸਕਦੇ ਕਿ ਐਗਰੀਕਲਚਰ ਬਿਕਮਸ ਦੀ ਸੈਕਿੰਡ ਇੰਜਨ ਆਫ ਇਕਨੋਮਿਕ ਗਰੋਥ। ਉਹ ਦੂਸਰਾ ਇੰਜਨ ਅਗਰ ਬਣ ਜਾਂਦਾ ਹੈ, ਤੁਸੀਂ ਦੇਖੋ ਦੇਸ਼ ਦੀ ਕਿਸ ਤਰ੍ਹਾਂ ਇੱਕ ਜਿਹੜੇ ਇਕਨੋਮਿਕ ਜਾਂ ਗਤੀ ਹੈ ਉਹ ਕਿਸ ਤਰੀਕੇ ਨਾਲ ਸਪੀਡ ਨਾਲ ਦੌੜੇਗੀ। ਕਿਉਂਕਿ ਅਗਰ 60 ਕਰੋੜ ਲੋਕਾਂ ਕੋਲ ਜ਼ਿਆਦਾ ਪੈਸਾ ਆਏਗਾ ਸਰ, ਉਹ ਬਾਜ਼ਾਰ 'ਚ ਹੀ ਆਏਗਾ। ਉਹ ਬਾਜ਼ਾਰ 'ਚ ਆਏਗਾ ਤਾਂ ਡਿਮਾਂਡ ਕ੍ਰੀਏਟ ਹੋਏਗੀ। ਜਦ ਡਿਮਾਂਡ ਕ੍ਰੀਏਟ ਹੋਏਗੀ ਤਾਂ ਵੀਲਸ ਆਫ ਡਿਵੈਲਪਮੈਂਟ ਦੌੜਨਗੇ। ਤੇ ਕਿਉਂ ਨਹੀਂ ਅਸੀਂ ਐਗਰੀਕਲਚਰ ਤੇ ਫੋਕਸ ਕਰਦੇ। ਔਰ ਇਸੇ ਕਰਕੇ ਮੈਂ ਕਹਿੰਦਾ ਕਿ ਅੰਮ੍ਰਿਤ ਕਾਲ ਦਾ ਜਿਹੜਾ ਪਹਿਲਾ ਬਜਟ ਹੈਗਾ ਉਹਨੇ ਇਸ ਗੱਲ ਨੂੰ ਇਗਨੋਰ ਕੀਤਾ ਹੈ। ਲੇਕਿਨ ਮੈਂ ਅਪੇਕਸ਼ਾ ਮੇਰੀ ਇਹ ਸੀਗੀ ਕਿ ਇਸ ਵਾਰ ਇਸ ਗੱਲ ਨੂੰ ਸਮਝਣਗੇ ਔਰ ਧਿਆਨ ਦੇਣਗੇ ਕਿ ਆਪਾਂ ਐਗਰੀਕਲਚਰ ਨੂੰ ਸੈਕਿੰਡ ਇੰਜਨ ਆਫ ਗਰੋਥ ਬਣਾ ਦਈਏ। 25 ਸਾਲਾਂ ਵਿੱਚ ਅਸੀਂ ਕਹਿੰਦਾ ਦੁਨੀਆ ਦਾ ਇੱਕ ਨਕਸ਼ਾ ਬਦਲ ਦੇਵਾਂਗੇ ਜੇ ਅਸੀਂ ਐਗਰੀਕਲਚਰ ਨੂੰ ਵੱਡਾ ਸਵਾਲ ਦਵਿੰਦਰ ਜੀ ਤੁਸੀਂ ਕਹੇ ਕਿ ਖੇਤੀਬਾੜੀ ਸੈਕਟਰ ਨੂੰ ਇਗਨੋਰ ਕੀਤਾ ਗਿਆ, ਦੂਜੇ ਸੈਕਟਰ ਵੱਲ ਜਿਹੜਾ ਕਾਰਪੋਰੇਟ ਹਾਊਸ ਉਧਰ ਵਧੇਰੇ ਧਿਆਨ ਦਿੱਤਾ ਗਿਆ। ਕਿਸਾਨਾਂ ਨੇ ਐਡਾ ਵੱਡਾ ਅੰਦੋਲਨ ਲੜਿਆ, ਇਸ ਦੇ ਬਾਵਜੂਦ ਲੱਗਦਾ ਹੈ ਕਿ ਕਿਸਾਨ ਜਿਹੜੇ ਹੈਗੇ ਇੱਕ ਸ਼ਕਤੀ ਦੇ ਤੌਰ ਤੇ ਇਸ ਮੁਲਕ 'ਚ ਉੱਭਰ ਕੇ ਨਹੀਂ ਆ ਪਾ ਰਹੇ।
ਜਿਹਦੇ ਕਰਕੇ ਉਹਨਾਂ ਦਾ ਦਬਾਅ ਨਹੀਂ ਬਣ ਰਿਹਾ। ਕੁਛ ਤਾਂ ਗੱਲ ਕੋਈ ਨਾ ਹੋਏਗੀ, ਵਜ੍ਹਾ ਤਾਂ ਹੈ ਨਾ। ਕੁਛ ਤਾਂ ਹੈ ਕਿ ਵੀ ਉਹਨਾਂ ਨੂੰ ਲੱਗਦਾ ਹੈ ਸਰਕਾਰਾਂ ਨੂੰ ਕਿ ਇਹ ਕਨਸਟੀਚੁਐਂਸੀ ਜਿਹੜੀ ਹੈਗੀ ਹੈ ਇਹ ਆਪਣੇ ਕੰਫਰਟੇਬਲ ਹੈਗੇ, ਸਾਨੂੰ ਉਹਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ। ਲੇਕਿਨ ਸਾਰੀ ਗੱਲ ਤੁਸੀਂ ਹੋਰ ਦੇਖੋ, ਇਹ ਪਿਛਲੇ ਜਿਹੜਾ ਕਿਸਾਨਾਂ ਦਾ ਅੰਦੋਲਨ ਹੋਇਆ ਸੀ ਉਹਦੇ ਵਿੱਚ ਇੱਕ ਗੱਲ ਨਿਕਲ ਕੇ ਆਈ ਸੀ ਕਿ ਤੁਹਾਨੂੰ ਯਾਦ ਹੋਏਗਾ, ਜਦ ਇਹ ਕਹਿੰਦੇ ਸੀ ਨਾ ਅਸੀਂ 23 ਫਸਲਾਂ ਤੇ ਅਸੀਂ MSP ਚਾਹੁੰਦੇ ਹੈਗੇ ਆ, ਤਾਂ ਉਸ ਟਾਈਮ ਕੀ ਹੋਇਆ, ਇੱਕ ਤਾਂ ਸਰਕਾਰ ਦਾ ਇੱਕ ਉਹ ਸੀਗਾ ਜੋ ਉਹਨਾਂ ਦੀ ਆਰਗੂਮੈਂਟ ਸੀਗੀ ਕਿ 17 ਲੱਖ ਕਰੋੜ ਰੁਪਏ ਖਰਚਾ ਆਏਗਾ, ਉਹ ਤਾਂ ਸਭ ਨੇ ਕਹਿਤਾ ਕਿ ਇਹ ਗਲਤ ਹੈਗਾ। ਉਹਦੇ ਵਿੱਚ ਜਿਹੜੀ 2 ਸਟੱਡੀਜ਼ ਬੜੀ ਇੰਪੋਰਟੈਂਟ ਹੈਗੀਆਂ ਸਰ। ਇੱਕ ਕਹਿੰਦੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਉਹ ਕਹਿੰਦੇ ਕਿ 1.5 ਲੱਖ ਕਰੋੜ ਦਾ ਖਰਚਾ ਆਏਗਾ, ਔਰ ਇੱਕ ਕਰਨਾਟਕਾ ਦੀ ਸਟੱਡੀ ਕਹਿੰਦੀ ਹੈਗੀ ਹੈ ਉਹਨਾਂ ਦੇ ਜਿਹੜਾ ਐਗਰੀਕਲਚਰ ਪ੍ਰਾਈਸਿਸ ਕਮਿਸ਼ਨ, ਉਹ ਕਹਿੰਦਾ ਜੀ ਜ਼ਿਆਦਾ ਤੋਂ ਜ਼ਿਆਦਾ 2.5 ਲੱਖ ਕਰੋੜ ਆਏਗਾ। ਇਹ ਮਤਲਬ ਕਿ ਕਿਤੇ ਨਾ ਕਿਤੇ ਵਿੱਚ ਇਹ ਖਰਚਾ ਹੋਏਗਾ, ਹੈ ਨਾ ਜੀ। ਚਲੋ 2 ਲੱਖ ਕਰੋੜ ਰੁਪਏ ਮੰਨ ਲਓ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸਰ ਕਿ 45 ਲੱਖ ਕਰੋੜ ਦਾ ਬਜਟ ਸੀਗਾ ਹੁਣੇ, ਕਿਆ 45 ਲੱਖ ਕਰੋੜ ਰੁਪਏ 'ਚ ਅਸੀਂ 2 ਲੱਖ ਕਰੋੜ ਰੁਪਏ MSP ਵਾਸਤੇ ਨਹੀਂ ਦੇ ਸਕਦੇ ਸੀਗੇ? ਤੁਸੀਂ ਦੇਖੋ ਕਿੰਨੀ ਬੜੀ, ਜੇ ਤੁਸੀਂ ਬੋਰੋਇੰਗ ਕਰਕੇ ਵੀ ਬਾਹਰੋਂ ਮਾਰਕੀਟ 'ਚ ਪੈਸਾ ਲੈ ਕੇ ਤੁਸੀਂ ਆਪਣੀ ਲੋਕਾਂ ਨੂੰ ਸਪੋਰਟ ਕਰ ਸਕਦੇ ਹੋ ਜਾਂ ਇਨਵੈਸਟਮੈਂਟ ਵਾਸਤੇ ਪੈਸਾ ਬਣਾ ਸਕਦੇ ਹੋ, ਬਿਲਡ ਦੇ ਸਕਦੇ ਹੋ, ਤਾਂ ਕਿਉਂ ਨਹੀਂ ਤੁਸੀਂ ਐਗਰੀਕਲਚਰ ਵਾਸਤੇ 2 ਲੱਖ ਕਰੋੜ ਰੁਪਏ? ਲੱਗਦਾ ਕਿ ਗਿਣ ਮਿੱਥ ਕੇ ਕਿ MSP ਜਿਹੜਾ ਹੈਗਾ ਵੀ ਤੁਹਾਨੂੰ ਸਬਕ ਸਿਖਾਉਣਾ, ਤੁਸੀਂ MSP ਦੀ ਗੱਲ ਕਰਦੇ ਆ, ਨਹੀਂ ਦਿੱਤੀ ਅਸੀਂ MSP, ਕਰ ਲਓ ਜੋ ਕਰਨਾ। ਸਰ ਇੱਕ ਤਾਂ ਗੱਲ ਇਹ ਵੀ ਹੋ ਸਕਦੀ ਜੋ ਤੁਸੀਂ ਕਹਿ ਰਹੇ ਹੋ, ਲੇਕਿਨ ਮੇਰਾ ਕਹਿਣਾ ਕਿ ਸਾਡੇ ਜਿਹੜੇ ਕਿਸਾਨ ਯੂਨੀਅਨ ਹੈਗੇ ਆ ਜਾਂ ਜਥੇਬੰਦੀਆਂ ਜਿਹਨੂੰ ਕਹਿੰਦੇ ਆਪਾਂ, ਜਾਂ ਜਿਹੜੇ ਐਗਰੀਕਲਚਰ ਤੇ ਸੋਚਣ ਵਾਲੇ ਇਕਨੋਮਿਸਟ ਹੋਣ, ਐਕੈਡਮਿਸ਼ਨ ਹੋਣ, ਜੋ ਵੀ ਹੈਗੇ ਆ, ਆਪਾਂ ਕਿਉਂ ਨਹੀਂ ਇੱਕ ਆਰਗੂਮੈਂਟ ਲੈ ਸਕਦੇ ਕਿ ਬਈ ਅਗਰ 2 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਦਿੱਤਾ ਹੁੰਦਾ MSP ਵਾਸਤੇ ਦੇਣ ਵਾਸਤੇ, ਲੀਗਲ ਅਧਿਕਾਰ ਬਣਾਉਣ ਵਾਸਤੇ, ਔਰ ਤੁਸੀਂ ਮੰਨੋਗੇ ਸਰ 45 ਲੱਖ ਕਰੋੜ ਵਿੱਚ ਅਸੀਂ 2 ਲੱਖ ਨਹੀਂ ਦੇ ਸਕਦੇ ਕਿਸਾਨਾਂ ਵਾਸਤੇ, ਜਿਹੜਾ ਕਿ 50% ਪੋਪੂਲੇਸ਼ਨ ਨੂੰ ਇੰਪੈਕਟ ਕਰਦਾ ਹੈਗਾ। ਔਰ ਇਹ ਸ਼ੁਰੂਆਤ ਤਾਂ ਹੁੰਦੀ ਨਾ, ਕਿਤੇ ਸ਼ੁਰੂਆਤ ਹੋਏਗੀ ਤਾਂ ਹੀ ਜਾ ਕੇ ਅੱਗੇ ਪਤਾ ਚੱਲੇਗਾ ਨਾ। ਮੈਨੂੰ ਲੱਗਦਾ ਕਿ ਬਹੁਤ ਬੜੀ ਅਪਰਚੁਨਿਟੀ ਹੈ ਸਾਡੇ ਕੋਲ ਜੀ ਕਿ ਅਸੀਂ ਐਗਰੀਕਲਚਰ ਨੂੰ ਦੁਬਾਰਾ ਇੱਕ ਜਿਹਨੂੰ ਕਹਿੰਦੇ ਨਾ ਰੀਵਾਈਟਲਾਈਜ਼ ਕਰੀਏ, ਅੰਗਰੇਜ਼ੀ 'ਚ ਕਹਿੰਦੇ ਆਪਾਂ, ਜਾਂ ਇੱਕ ਪੁਨਰ ਜੀਵਨ ਜਿਹਨੂੰ ਕਹਿੰਦੇ ਆਪਾਂ ਹਿੰਦੀ 'ਚ ਆਪਾਂ ਪੁਨਰ ਜੀਵਨ। ਵੱਡੇ ਮੌਕੇ ਦੀ ਦਵਿੰਦਰ ਜੀ ਤੋਂ ਗੱਲ ਕਰ ਦਿੰਦੇ, ਦੇਖੋ ਜਿਸ ਤਰ੍ਹਾਂ ਆਪਾਂ ਬਜਟ ਦੀ ਸ਼ੁਰੂਆਤ ਜਿਹੜੇ ਤੁਸੀਂ ਕਮੈਂਟ ਕੀਤੇ ਕਿ ਇਹ ਬਜਟ ਜਿਹੜਾ ਹੈਗਾ 24 ਦੀਆਂ ਜਿਹੜੀਆਂ ਪਾਰਲੀਮੈਂਟ ਇਲੈਕਸ਼ਨਸ ਹੈਗੀਆਂ ਉਹਦੀ ਰਿਫਲੈਕਸ਼ਨ ਵੀ ਕਿਤੇ ਆਖਰੀ ਬਜਟ ਜਦੋਂ ਆਪਾਂ ਕਹਿੰਦੇ ਹਾਂ ਮੌਜੂਦਾ ਸਰਕਾਰ ਦਾ ਜਿਹੜਾ 24 ਆ ਰਿਹਾ, ਕਿਤੇ ਫਾਰਮਰਸ ਕਮਿਊਨਿਟੀ ਲਈ ਜਿਹੜੀ ਦੇਸ਼ ਭਰ 'ਚ ਬੈਠੀ ਹੈ ਉਹਦੇ ਲਈ ਵੀ ਇੱਕ ਵੱਡਾ ਮੌਕਾ ਹੈ ਕਿ ਤੁਸੀਂ ਕੋਈ ਇਸ ਤਰੀਕੇ ਨਾਲ ਆਪਣੀ ਸਿਹਤ ਬਣਾਓ ਕਿ ਕਮ ਸੇ ਕਮ ਤੁਹਾਡੇ ਲਈ ਕੋਈ ਤਾਂ ਸੁਣਵਾਈ ਹੋਵੇ ਉਸ ਪਾਰਲੀਮੈਂਟ ਜਿਹਨੂੰ ਅਸੀਂ ਪਵਿੱਤਰ ਮੰਦਰ ਕਹਿੰਦੇ ਹਾਂ। ਇਹ ਗੱਲ ਸਭ ਮੰਨ ਰਿਹਾ ਹੈ ਕਿ ਬਈ ਕਿਸਾਨਾਂ ਨੂੰ ਆਪਣੀ ਜਿਹੜੀ ਇੱਕ ਇੰਨਾ ਲੰਬਾ ਪ੍ਰੋਟੈਸਟ, ਆਈਕੋਨਿਕ ਪ੍ਰੋਟੈਸਟ ਸੀਗਾ, ਉਹ ਤੋਂ ਇੱਕ ਮੈਸੇਜ ਲੈਸਨ ਨਿਕਲ ਕੇ ਆਇਆ, ਮੈਸੇਜ ਵੀ ਕਹੋ ਲੈਸਨ ਕੋ, ਉਹ ਇਹ ਹੈਗਾ ਕਿ ਇੱਕ ਤਾਕਤ ਹੈ ਔਰ ਪੋਲੀਟੀਕਲ ਤਾਕਤ ਹੈਗੀ ਹੈ। ਉਸ ਪੋਲੀਟੀਕਲ ਤਾਕਤ ਦਾ ਪੂਰਾ ਇਸਤੇਮਾਲ ਹੋਣਾ ਚਾਹੀਦਾ ਤਾਂ ਕਿ ਤੁਸੀਂ ਇੱਕ ਨੈਰੇਟਿਵ ਦੇਸ਼ ਵਿੱਚ ਬਣਾਓ ਕਿ ਬਈ ਇਹਦੇ ਬਗੈਰ ਕੰਮ ਨਹੀਂ ਚੱਲੇਗਾ। ਦੂਸਰੀ ਗੱਲ, ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਕਿ ਤੁਸੀਂ ਜੇਕਰ ਐਗਰੀਕਲਚਰ ਨੂੰ ਤੁਸੀਂ ਅਗਰ MSP ਇਨਸ਼ੋਰ ਕਰ ਦਿੰਦੇ ਹੋ, ਤੁਹਾਡੇ ਵਾਸਤੇ ਕਿੰਨੀ ਬੜੀ ਸਪੋਰਟ ਹੈਗੀ ਹੈ। 50% ਦੇਸ਼ ਤਾਂ ਤੁਹਾਡੇ ਨਾਲ ਖੜਾ ਹੀ ਹੈ ਨਾ। ਹਾਂਜੀ, ਇਹ ਮੈਨੂੰ ਲੱਗਦਾ ਕਿ ਇਹ ਦੋਨੋਂ ਤਰਫੋਂ ਹੋਣਾ ਚਾਹੀਦਾ ਨਾ, ਉਹਨਾਂ ਨੂੰ ਵੀ ਸਮਝਣਾ ਚਾਹੀਦਾ, ਇੱਧਰ ਵੀ ਸਮਝਣਾ ਚਾਹੀਦਾ। ਕਿਉਂ ਅਸੀਂ ਕਾਰਪੋਰੇਟ ਦੇ ਇਲਾਵਾ ਸਾਨੂੰ ਕੋਈ ਹੋਰ ਦਿਖਦਾ ਨਹੀਂ ਹੈ। ਮੈਂ ਨਹੀਂ ਕਹਿੰਦਾ ਕਾਰਪੋਰੇਟ ਨੂੰ ਨਾ ਤੁਸੀਂ ਐਮਫਸਾਈਜ਼ ਕਰੋ ਜਾਂ ਫੋਕਸ ਕਰੋ, ਉਹ ਵੀ ਕਰੋ, ਲੇਕਿਨ ਨਾਲ ਜਿਸ ਤਰ੍ਹਾਂ ਕਿਹਾ ਸੀ ਕਿ ਦੂਸਰਾ ਇੰਜਨ ਆਫ ਗਰੋਥ ਬਣਾਉਣ ਵਾਸਤੇ ਐਗਰੀਕਲਚਰ ਨੂੰ, ਔਰ ਤੁਹਾਡੇ ਕੋਲ ਇੰਨੀ अपॉर्चुनिटी है सर, और दुनिया देख रही है, सब चाहते हैं कि भाई जो इंडिया चो मॉडल निकल के आएगा असी वो भी अडॉप्ट करांगे। यूनियन जेडे किसान यूनियन दुनिया च है, अमेरिका च होन, कैनेडा विच होन, यूरोपीयन यूनियन से मेरे नाल जिन्हां दा संपर्क है, वो सारे कह रहे हैं कि असी हिंदुस्तान नूं देख रहे हैं, जे तुसी कर दिओगे तो असी नाल बैठे तुहाडे, असी अपनी गवर्नमेंट्स नूं फोकस जी। जी, एक होर अहम सवाल जिहड़ा है जिहदे ते आपां पिछले दिनां जदों हमेशा इन्हां ते बहसां हुंदियां इस इशू लैके खुदकशियां दी गल कर लई, चाहे किसान है चाहे खेत मजदूर है, ਹੁਣ ਬਹੁਤ ਵੱਡਾ ਕਰਜ਼ਾ ਜਿਹੜਾ ਕਿਸਾਨਾਂ ਦੇ ਸਿਰ ਹੈ ਤੇ ਖੇਤ ਮਜ਼ਦੂਰਾਂ ਦੇ ਸਿਰ ਹੈ। ਜਿਹੜਾ ਬਜਟ ਹੈ ਉਹ ਪਿਛਲਾ ਜਿਹੜਾ ਉਹਨਾਂ ਦੇ ਸਿਰ ਕਰਜ਼ਾ ਚੜਿਆ, ਚਾਹੇ ਕਿਸਾਨਾਂ ਦੇ ਸਿਰ ਹੈ ਚਾਹੇ ਖੇਤ ਮਜ਼ਦੂਰਾਂ ਦੇ ਸਿਰ ਹੈ। ਬਜਟ ਉਹਦੇ ਬਾਰੇ ਬਿਲਕੁਲ ਹੀ ਚੁੱਪ ਹੈ, ਕਿਉਂਕਿ ਕਿਸਾਨਾਂ ਦੀ ਵੱਡੀ ਲੜਾਈ ਦਾ ਇੱਕ ਹਿੱਸਾ ਇਹ ਵੀ ਹੈ ਕਿ ਸਾਡੇ ਕਰਜ਼ੇ ਤੇ ਲੀਕ ਫੇਰੀ ਜਾਏ। ਸਰ ਦੁਬਾਰਾ ਸੋਚਣ ਦੀ ਗੱਲ ਹੈ ਕਿ ਇਹ ਜਿਹੜਾ ਹੈ ਨਾ ਮਾਡਲ ਜਾਂ ਜਿਹਨੂੰ ਡਿਜ਼ਾਈਨ ਮੈਂ ਕਰਨਾ ਹੋਣਾ, ਉਹਨੂੰ ਸਮਝਣ ਦੀ ਜ਼ਰੂਰਤ ਹੈਗੀ। ਹੁਣ ਦੇਖੋ ਇਸ ਬਜਟ 'ਚ ਵੀ ਕਿਹਾ ਗਿਆ ਕਿ 20 ਲੱਖ ਕਰੋੜ ਦਾ ਕਿਸਾਨਾਂ ਵਾਸਤੇ ਕਰਜ਼ਾ ਹੈਗਾ। ਹਾਂਜੀ, ਇਹ ਸਿਰਫ ਕਿਸਾਨਾਂ ਵਾਸਤੇ ਨਹੀਂ ਹੈਗਾ। ਇਹ ਜਿਹੜਾ 20 ਲੱਖ ਕਰੋੜ ਰੁਪਏ ਹੁੰਦਾ, ਇਹ KCC ਵਾਲਾ ਨਹੀਂ ਹੈਗਾ। ਇਹ ਜਾਂਦਾ ਹੈਗਾ ਜਿਹੜਾ ਤੁਸੀਂ ਛੋਟੀ ਇਨਵੈਸਟਮੈਂਟ ਕਰਨੀ ਹੈ, ਜਿਹਦੇ ਵਿੱਚ ਤੁਸੀਂ ਦੇਖੋ ਨਾ ਵੇਅਰ ਹਾਊਸਿੰਗ ਵਾਲੇ ਵੀ, ਸੀਡ ਕੰਪਨੀਆਂ, ਉਹ ਸਾਰੇ ਵੀ ਲੈਂਦੇ ਉਹਦੇ ਵਿੱਚੋਂ, ਨਾ ਹੀ ਕਿਸਾਨੀ ਦਾ ਹੈ, ਲੇਕਿਨ ਚਲੋ ਉਹ ਵੀ ਲੈਂਦੇ, ਲੇਕਿਨ ਇਹ ਬਜਟ ਤੋਂ ਬਾਹਰ ਹੁੰਦਾ ਕਿਉਂਕਿ ਇਹ ਬੈਂਕਾਂ ਨੇ ਦੇਣਾ ਹੈਗਾ। ਸਿੱਧੀ ਗੱਲ ਤਾਂ ਇਹ ਕਿ ਬੈਂਕਾਂ ਨੇ ਦੇਣਾ ਹੈਗਾ, ਤਾਂ ਉਹ ਬਜਟ ਦਾ ਉਹ 'ਚ ਨਹੀਂ ਹੈਗਾ ਐਮਫੈਸਿਸ ਜਿਹੜਾ, ਜਾਂ ਰੋਲ ਉਹ 'ਚ ਨਹੀਂ ਹੈਗਾ। ਪਰ ਖੈਰ ਐਨੀਵੇ, ਤੁਸੀਂ 20 ਲੱਖ ਕਰੋੜ ਕਿਹਾ ਹੈਗਾ ਕਿ ਕਿਸਾਨਾਂ ਨੂੰ ਜਾਏਗਾ, ਲੇਕਿਨ ਸਰ ਗੱਲ ਇਹ ਕਿਸਾਨ ਨੂੰ ਕਰਜ਼ੇ ਥੱਲੇ ਤਾਂ ਪਹਿਲੇ ਦਬਿਆ ਹੋਇਆ। ਅਸੀਂ ਕਹਿੰਦੇ ਕਿਸਾਨ ਨੂੰ ਕਰਜ਼ਾ ਨਹੀਂ ਚਾਹੀਦਾ, ਕਿਸਾਨ ਨੂੰ ਇਨਕਮ ਚਾਹੀਦੀ ਹੈ। ਜੋ ਆਪਾਂ ਪਹਿਲੇ ਗੱਲ ਕਰ ਰਹੇ ਸੀ ਸਰ, ਅਗਰ ਤੁਸੀਂ ਉਹ 2 ਲੱਖ ਕਰੋੜ ਰੁਪਏ ਤੁਸੀਂ ਪ੍ਰਾਵਧਾਨ ਕਰ ਦਿੰਦੇ ਕਿ ਅਸੀਂ MSP ਨੂੰ ਕਾਨੂੰਨੀ ਅਧਿਕਾਰ ਬਣਾ ਰਹੇ, ਤੁਸੀਂ ਦੇਖਦੇ ਕਿ ਦੇਸ਼ ਦੀ ਜਿਹੜੀ ਪੂਰਾ ਜਿਹੜਾ ਇਕਨੋਮਿਕ
ਵਿਕਾਸ ਦਾ ਜਿਹੜਾ ਮਾਡਲ ਹੀ ਹੈ ਉਹ ਪੂਰਾ ਬਦਲ ਗਿਆ ਹੋਣਾ ਸੀਗਾ। ਔਰ ਜਿਹਨੂੰ ਕਹਿੰਦੇ ਨਾ ਸਬਕਾ ਸਾਥ ਸਬਕਾ ਵਿਕਾਸ, ਜੋ ਪ੍ਰਧਾਨ ਮੰਤਰੀ ਹਰ ਜਗ੍ਹਾ ਕਹਿੰਦੇ ਹੈਗੇ, ਉਹਦਾ ਰਸਤਾ ਤਾਂ ਬੈਸਟ ਇਹੀ ਹੈਗਾ ਕਿ ਅਸੀਂ ਐਗਰੀਕਲਚਰ ਨੂੰ ਰੀਬਿਲਡ ਕਰ ਦਈਏ। ਬਿਲਕੁਲ ਦਵਿੰਦਰ ਜੀ, ਜਦੋਂ ਜਿਸ ਤਰੀਕੇ ਨਾਲ ਜਿਹੜਾ ਇਹਨਾਂ ਨੇ ਮਾਡਲ ਤਿਆਰ ਕੀਤਾ ਹੈ, ਖਾਤੋਂ ਤੇ ਖੇਤੀ ਸੈਕਟਰ ਜਿਹੜਾ ਉਹਦੇ 'ਚ ਵੱਖ-ਵੱਖ ਫੰਡਸ ਦਾ ਹੋਰ ਹੈ ਕਟੌਤੀ ਕੀਤੀ ਹੈ, ਅਸਰ ਤਾਂ ਸਾਰੇ ਕੰਟਰੀ ਦੇ ਸਾਰੇ ਸੂਬਿਆਂ ਦੇ ਕਿਸਾਨ ਨੇ ਉਹਨਾਂ 'ਤੇ ਹੀ ਪਏਗਾ, ਕਿਉਂਕਿ ਪੰਜਾਬ ਆਮ ਤੌਰ 'ਤੇ ਮੰਨਿਆ ਜਾਂਦਾ ਕਿ ਲੀਡਿੰਗ ਸਟੇਟ ਹੈਗੀ ਹੈ ਐਗਰੀਕਲਚਰ ਦੇ ਇਸ਼ੂ ਦੇ ਉੱਤੇ। ਜਿਹੜੀ ਇਹ ਖੇਤੀ ਸੈਕਟਰ 'ਚ ਕਟੌਤੀ ਹੋਈ ਹੈ, ਅਣਗੌਲਿਆ ਕੀਤਾ ਗਿਆ, ਲੱਗਦਾ ਕਿ ਇਹਦਾ ਵੱਡਾ ਅਸਰ ਪੰਜਾਬ ਤੇ ਪਏਗਾ। ਬਿਲਕੁਲ ਪਏਗਾ, ਕਿਉਂਕਿ ਦੇਖੋ ਨਾ ਜਿਹੜਾ ਪਿਛਲੇ ਸਾਲ ਦਾ ਬਜਟ ਸੀਗਾ ਉਹ ਤੋਂ ਹੀ ਕਟੌਤੀ ਹੋ ਗਈ ਹੈ। ਤਾਂ ਜਿਹੜਾ ਜੋ ਬਜਟ ਦੀ ਐਲੋਕੇਸ਼ਨ ਪੰਜਾਬ ਵਾਸਤੇ ਸ਼ੇਅਰ ਜਿੰਨਾ ਆਉਣਾ ਸੀਗਾ ਉਹਦੇ ਵਿੱਚ ਤੱਕ ਹੋ ਹੀ ਗਿਆ ਨਾ, ਬੜਾ ਕਲੀਅਰ ਹੋ ਗਿਆ, ਕਿਉਂਕਿ ਉਹ ਤਾਂ ਜ਼ਿਆਦਾ बढ़ेगा ਨਹੀਂ। ਪਹਿਲੀ ਗੱਲ ਤਾਂ ਇੱਕ ਸਪਸ਼ਟ ਹੋ ਗਿਆ। ਲੇਕਿਨ ਦੂਸਰੀ ਗੱਲ ਇਹ ਹੈ ਕਿ ਸਰ ਆਪਾਂ ਸਟੇਟ ਵਾਈਜ਼ ਜਿਹੜਾ ਹੈਗਾ ਉਹ ਤਾਂ ਠੀਕ ਹੈ, ਆਪਾਂ ਦੇਖ ਸਕਦੇ ਹਾਂ ਕਿ ਇੱਥੇ ਕਿੱਥੇ ਕੀ ਹੈ। ਲੇਕਿਨ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ, ਪੰਜਾਬ ਅੱਜ ਦੇਸ਼ ਦੇ ਕਿਸਾਨਾਂ ਦੇ ਅਗਰ ਦੇਖੀਏ ਪੂਰੇ ਪਰਿਪੇਖ ਵਿੱਚ ਟੌਪ ਕਰਦਾ ਹੈਗਾ ਕਿਸਾਨਾਂ ਦੀ ਇਨਕਮ ਦੇ, ਅਗਰ ਉਹਦੇ ਨਾਲ ਪੈਮਾਨੇ ਨਾਲ ਨਾਪੀਏ ਤਾਂ ਉਹ ਵੀ 25,000 ਰੁਪਏ ਪਰ ਮੰਥ ਦੀ ਇਨਕਮ ਹੈਗੀ ਆ। ਆਪਾਂ ਜਾਣਦੇ ਹਾਂ ਕਿ ਚਪੜਾਸੀ ਨੂੰ ਪਹਿਲੀ ਤਨਖਾਹ ਹੀ ਉਹ ਤੋਂ ਜ਼ਿਆਦਾ ਮਿਲਦੀ ਹੈਗੀ ਹੈ। ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਝਾਰਖੰਡ, ਬਿਹਾਰ, ਦੇਖੋ 4,000 ਰੁਪਏ ਉੱਥੇ ਦੀ ਇਨਕਮ ਹੈਗੀ ਹੈ ਕਿਸਾਨ ਦੀ ਝਾਰਖੰਡ ਵਿੱਚ, 7,000 ਰੁਪਏ ਹੈਗੀ ਹੈ ਬਿਹਾਰ ਵਿੱਚ। ਇਹ ਸਾਰੀ ਕੰਟਰੀ ਦਾ ਤੁਸੀਂ ਕਿਸਾਨਾਂ ਦਾ ਹਾਲ ਦੇਖੋ ਨਾ, ਤਾਂ ਆਪਾਂ ਨੂੰ ਅਗਰ ਉਹ ਬਿਲਡਅਪ ਕਰਨਾ ਉਹਨਾਂ ਦੀ ਇਨਕਮ, ਪੰਜਾਬ ਦਾ ਮਾਡਲ ਸਾਡੇ ਸਾਹਮਣੇ ਹੈ ਕਿ ਤੁਸੀਂ ਮੰਡੀਆਂ ਦਾ ਵਿਸਤਾਰ ਕਰੋ, ਪ੍ਰੋਕਿਉਰਮੈਂਟ ਸਿਸਟਮ ਕਰੋ। ਇਹ ਬਿਹਾਰ ਦੀ ਵੀ ਇਨਕਮ, ਝਾਰਖੰਡ ਦੇ ਵੀ, ਬਾਕੀ ਸਟੇਟਸ ਜਿਹੜੇ ਦੇਸ਼ ਦੇ ਹੈਗੇ ਉਹਨਾਂ ਦੀ ਵੀ ਇਨਕਮ बढ़ेगी। ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ। ਤੁਹਾਨੂੰ ਕਈ ਵਾਰੀ ਆਪਾਂ ਪਹਿਲੇ ਵੀ ਸ਼ਾਇਦ ਗੱਲ ਕੀਤੀ ਹੈ ਕਿ 2016 ਵਿੱਚ ਸਰਕਾਰ ਨੇ ਆਪਣੇ ਆਪ ਮੰਨਿਆ ਸੀਗਾ ਕਿ ਕਿਸਾਨ ਪਰਿਵਾਰ ਦੀ ਔਸਤਨ ਆਏ ਜਿਹੜੀ ਹੈਗੀ ਹੈ 17 ਰਾਜ ਵਿੱਚ, 17 ਸਟੇਟਸ ਵਿੱਚ, ਯਾਨੀ ਅੱਧਾ ਦੇਸ਼ ਹੋ ਗਿਆ, ਉਹ 20,000 ਰੁਪਏ ਸਾਲ ਦੀ ਹੈ। ਤਾਂ ਸਰ ਅਗਰ ਉਹਨਾਂ ਦੀ ਇਨਕਮ बढ़नी ਹੈ 20,000 ਰੁਪਏ ਮਤਲਬ 1,700 ਰੁਪਏ ਘੱਟ 'ਚ ਗੁਜ਼ਾਰਾ ਕਰਦਾ ਹਰ ਮਹੀਨੇ 'ਚ ਪਰਿਵਾਰ ਕਿਸਾਨ ਦਾ 17 ਰਾਜ ਵਿੱਚ। ਤਾਂ ਉਹਨੂੰ ਅਗਰ ਇਨਕਮ बढ़ाਣੀ ਆਪਾਂ ਤਾਂ ਤਰੀਕਾ ਜਿਹੜਾ ਮੈਂ ਤੁਹਾਨੂੰ ਕਿਹਾ ਕਿ MSP ਨੂੰ ਕਾਨੂੰਨੀ ਅਧਿਕਾਰ ਬਣਾ ਦਿਓ, ਔਰ ਤੁਸੀਂ ਜਿਸ ਤਰ੍ਹਾਂ ਪੰਜਾਬ ਵਿੱਚ ਇੰਨਾ ਬੜਾ ਇਨਫਰਾਸਟ੍ਰਕਚਰ ਜਾਂ ਮਾਡਲ ਸਾਡੇ ਕੋਲ ਤਿਆਰ ਹੈਗਾ ਉਹਨੂੰ ਰੈਪਲੀਕੇਟ ਕਰਨਾ ਨਾ। ਸੋ ਉਹ ਪੰਜਾਬ ਹੀ ਇਕੱਲਾ ਨਹੀਂ, ਮੈਂ ਚਾਹੁੰਦਾ ਸਾਰੇ ਦੇਸ਼ ਦਾ ਕਿਸਾਨ ਜਿਹੜਾ ਹੈਗਾ ਉੱਪਰ ਉੱਠੇ। ਜਿੰਦਰ ਜੀ, ਆਖਰੀ ਸਵਾਲ ਜਿਹੜਾ ਹੈਗਾ, ਜਿੱਦਾਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਤੁਸੀਂ ਆਪਣੇ ਪੱਧਰ ਤੇ ਜਿਹੜੇ ਤੁਹਾਡੇ ਵਰਗੇ ਜਿਹੜੇ ਖੇਤੀ ਮਾਹਰ ਜਿਹੜੇ ਕੌਮੀ ਪੱਧਰ ਦੇ ਆ, ਸੂਬਿਆਂ 'ਚ ਬੈਠੇ ਆ, ਸਟੇਟਾਂ 'ਚ ਵੱਖ-ਵੱਖ ਥਾਵਾਂ ਦੇ ਉੱਤੇ ਬੈਠੇ ਹੋਣਗੇ, ਲੱਗਦਾ ਨਹੀਂ ਕਿ ਕਿਧਰੇ ਸਿਰ ਜੋੜ ਕੇ ਇਸ ਮੁੱਦੇ ਤੇ ਕੁਝ ਕਰਨ ਦੀ ਕੋਈ ਸਾਂਝਾ ਇੱਦਾਂ ਦਾ ਕੋਈ ਸਿਸਟਮ ਬਣਨਾ ਚਾਹੀਦਾ ਹੈ? ਆਖਰਕਾਰ ਸਰਕਾਰ ਦੇ ਲਈ ਕੋਈ ਮੈਸੇਜ, ਕੋਈ ਦਬਾਅ ਤਾਂ ਬਣੇ ਨਾ, ਕਿਉਂਕਿ ਇੱਦਾਂ ਤਾਂ ਹੁਣ ਕੁਝ ਹੋ ਹੀ ਨਹੀਂ ਪਾਏਗਾ। ਦੇਖੋ ਜੀ, ਜਿੰਨੇ TV ਸ਼ੋਅ 'ਚ ਆਪਾਂ ਜਾਣਦੇ ਹੈਗੇ ਆ ਉੱਥੇ ਕਈ ਵਾਰ ਇੱਕ ਗੱਲ ਹੁੰਦੀ ਹੈ, ਕਿਸਾਨ ਜਿਹੜੇ ਪੋਲੀਟੀਕਲ ਜਿਹੜੇ ਆਵਾਜ਼ਾਂ ਹੈਗੀਆਂ, ਪੋਲੀਟੀਕਲ ਆਵਾਜ਼ਾਂ, ਹਾਂ, ਉਹ ਕਹਿੰਦੇ ਹੈਗੇ ਕਿ ਜੀ ਸਾਡੀ ਆਵਾਜ਼ ਹੀ ਨਹੀਂ ਹੈਗੀ। ਤੁਸੀਂ ਟੈਲੀਵਿਜ਼ਨ ਸ਼ੋਅ ਦੇਖ ਲਓ, ਉਹਦੇ ਵਿੱਚ 5 ਬੰਦੇ ਬੈਠੇ ਆ ਤਾਂ 5 ਦੇ 5 ਕਾਰਪੋਰੇਟ ਦੇ ਹਮਾਇਤੀ ਹੁੰਦੇ ਹੈਗੇ ਆ। ਕਦੀ ਐਗਰੀਕਲਚਰ ਤੁਸੀਂ ਗੱਲ ਨਹੀਂ ਸੁਣੋਗੇ, ਦਵਿੰਦਰ ਸ਼ਰਮਾ ਹੋਏਗਾ, 5 ਹੋਰ ਹੋਣਗੇ, ਉਹ ਵੀ ਹੋਣਗੇ, ਤੇ ਮੇਰੀ ਆਵਾਜ਼ ਨੂੰ ਤਾਂ ਪਹਿਲੇ ਕਿਤੇ ਨਾ ਕਿਤੇ ਰੋਕਤਾ ਜਾਂਦਾ ਹੈਗਾ। ਪਰ ਮਤਲਬ ਕਹਿੰਦਾ ਹੈਗਾ ਕਿ ਬਈ ਉਹ ਸਾਨੂੰ ਇੱਕ ਨੈਰੇਟਿਵ ਬਣਾਤਾ ਗਿਆ, ਕਹਿੰਦੇ ਜੀ ਇਹ ਐਗਰੀਕਲਚਰ ਦੀ ਗੱਲ ਨਹੀਂ ਕਰਨੀ, ਉਹ ਕੰਟਰੀ ਦਾ ਵਿਕਾਸ ਨਹੀਂ ਹੋ ਸਕਦਾ। ਵਿਕਾਸ ਸਿਰਫ ਜਿਹੜਾ ਹੈਗਾ ਉਹ ਉਸੇ ਦੂਜੇ ਰਸਤੇ ਤੋਂ ਹੋਏਗਾ। ਮੈਨੂੰ ਲੱਗਦਾ ਕਿ ਉਹਨੂੰ ਸੋਚ ਨੂੰ ਬਦਲਣਾ ਪਏਗਾ। ਔਰ ਸਾਡੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਰੇ ਦੇਸ਼ ਵਿੱਚ ਚਾਹੇ ਉਹ ਅਕੈਡਮੀਆਂ 'ਚ ਹੈਗੇ ਆ, ਚਾਹੇ ਇਕੋਨੋਮਿਸਟ ਹੈਗੇ ਆ, ਚਾਹੇ ਪ੍ਰੋਫੈਸਰ ਹੈਗੇ, ਸਭ ਲੋਕਾਂ ਨੂੰ ਆਪਣੀ ਆਵਾਜ਼ ਨੂੰ ਬਿਲਡਅਪ ਕਰਨੇ ਦਾ ਇਹ ਜਿਹੜਾ ਹੁੰਦਾ ਨਾ ਕਿ ਬਈ ਤੁਸੀਂ ਜਿਸ ਤਰ੍ਹਾਂ ਸਵਾਮੀਨਾਥਨ ਕਮਿਸ਼ਨ ਦੇ ਉੱਪਰ ਬਿਲਡਅਪ ਹੋਇਆ ਸੀਗਾ ਦੇਸ਼ ਵਿੱਚ, ਤੁਹਾਨੂੰ ਯਾਦ ਹੋਏਗਾ ਕਿ ਬਈ C2+50% ਵਾਸਤੇ। ਮੈਨੂੰ ਲੱਗਦਾ ਕਿ ਉਸ ਤਰੀਕੇ ਨਾਲ ਸਾਨੂੰ ਇੱਕ ਰੀਬਿਲਡ ਕਰਨਾ ਪਏਗਾ ਪੂਰਾ ਨੈਰੇਟਿਵ ਜਿਹੜਾ ਹੈਗਾ ਉਹ ਬਦਲਣ ਵਾਸਤੇ। ਉਹ ਲੋਕੀ ਅਗਰ ਆਪਣੀ ਆਵਾਜ਼ ਉਠਾਉਣਗੇ, ਤੁਸੀਂ ਜਿਸ ਵੀ ਕੰਡੀਸ਼ਨ 'ਚ ਹੋ, ਜਿਸ ਵੀ ਪੋਜੀਸ਼ਨ 'ਚ ਹੋ, ਤੁਸੀਂ ਕਿਤੇ ਨਾ ਕਿਤੇ ਤਾਂ ਐਗਰੀਕਲਚਰ ਤੇ ਫੋਕਸ ਲੈ ਕੇ ਆ ਸਕਦੇ ਹੋ ਨਾ। ਹਰੇਕ ਦਾ ਦਾਇਤਵ ਹੈਗਾ। ਉਹ ਮੈਨੂੰ ਲੱਗਦਾ ਕਿ ਜਦ ਹਰੇਕ ਆਦਮੀ ਇਹ ਸੋਚੇ ਕਿ ਮੇਰਾ ਵੀ ਕਰਤੱਵ ਹੈ, ਮੈਂ ਵੀ ਕਿਸਾਨ ਨਾਲ ਖੜਾ ਹੋਵਾਂ। ਆਫਟਰ ਆਲ ਕਿਸਾਨ ਅਗਰ ਜੀਵਿਤ ਹੈ ਜਾਂ ਕਿਸਾਨ ਅਗਰ ਸક્ષਮ ਹੈ ਤਾਂ ਉਹਦੇ ਨਾਲ ਸਾਡੇ ਦੇਸ਼ ਦੀ ਖਾद्य ਸੁਰੱਖਿਆ ਜਾਂ ਦੇਸ਼ ਦਾ ਫੂਡ ਪ੍ਰੋਡਕਸ਼ਨ ਜਿਹੜਾ ਹੈਗਾ ਉਹੀ ਲੈ ਕੇ ਆਉਂਦੇ ਹੈਗੇ। ਸਾਡੇ ਟੇਬਲ ਤੇ ਉਹਨਾਂ ਦਾ ਹੀ ਫੂਡ ਪ੍ਰੋਡਿਊਸ ਕੀਤਾ ਹੋਇਆ ਪੇਸ਼ ਹੁੰਦਾ ਹੈਗਾ। ਮੈਨੂੰ ਲੱਗਦਾ ਕਿ ਸਭ ਨੂੰ ਆਪਣਾ ਆਪਣਾ ਰੋਲ ਅਦਾ ਕਰਨਾ ਚਾਹੀਦਾ। ਕੁਛ ਨਹੀਂ ਕਰ ਸਕਦੇ ਤੇ ਅਖਬਾਰ ਨੂੰ ਚਿੱਠੀ ਤਾਂ ਲਿਖ ਸਕਦੇ ਹੋ, ਕੁਛ ਨਹੀਂ ਹੋਰ ਕਰ ਸਕਦੇ, ਟਵੀਟ ਤਾਂ ਕਰ ਸਕਦੇ ਹੋ, ਲੇਕਿਨ ਲੋਕੀ ਕਰਦੇ ਨਹੀਂ, ਸੋਚਦੇ ਕਿ ਇਹ ਕੰਮ ਜਿਹੜਾ ਹੈਗਾ ਸ਼ਾਇਦ ਦੇਵਿੰਦਰ ਸ਼ਰਮਾ ਦਾ ਹੀ ਹੈਗਾ ਜਾਂ ਕਿਸੇ ਹੋਰ ਕਿਸਾਨ ਨੇਤਾ ਦਾ ਹੈਗਾ। ਮੈਨੂੰ ਲੱਗਦਾ ਕਿ ਇਹ ਨਹੀਂ, ਸਭ ਦਾ ਸਾਡਾ ਇੱਕ ਮਿਲਾ ਜੁਲਾ ਇੱਕ ਪ੍ਰਯਾਸ ਹੋਣਾ ਚਾਹੀਦਾ। ਔਰ ਤੁਸੀਂ ਦੇਖੋਗੇ ਬਦਲਾਵ ਆਏਗਾ ਕਿਉਂਕਿ ਉਸ ਸੋਚ ਨਾਲ ਹੀ ਬਦਲਾਵ ਆਏਗਾ ਕਿ ਲੋਕੀ ਇਸ ਜਾਣ ਗਏ ਹੈਗੇ ਕਿ ਵੀ ਕਿਸਾਨ ਕਿੰਨਾ ਦੁਖੀ ਹੈਗਾ, ਉਹਦੇ ਨਾਲ ਖੜਾ ਹੋਣਾ ਚਾਹੀਦਾ। ਇਹ ਮੂਵਮੈਂਟ ਜਿਹੜੀ 1 ਸਾਲ ਦੀ ਹੋਈ ਸੀਗੀ ਉਹਦੇ ਵਿੱਚ ਸਮਾਜ ਨੇ ਜਿੰਨੀ ਸਪੋਰਟ ਕੀਤੀ ਸੀਗੀ ਉਹਦੇ ਨਾਲ ਫਰਕ ਪਿਆ ਕਿ ਨਹੀਂ ਪਿਆ? ਤਾਂ ਸਮਾਜ ਅਗਰ ਦੁਬਾਰਾ ਉਸੇ ਤਰੀਕੇ ਨਾਲ ਖੜਾ ਹੋ ਜਾਏ ਕਿਸਾਨਾਂ ਨਾਲ, ਤੁਸੀਂ ਦੇਖੋਗੇ ਕਿ ਸਾਰਾ ਦੇਸ਼ ਦਾ ਸਬਕਾ ਸਾਥ ਸਬਕਾ ਵਿਕਾਸ ਜਾਂ ਆਤਮ ਨਿਰਭਰ ਭਾਰਤ ਦਾ ਜਿਹੜਾ ਇੱਕ ਪਿਕਚਰ ਹੋਣੀ ਚਾਹੀਦੀ ਹੈ ਉਹ ਸਾਡੇ ਸਾਹਮਣੇ ਆ ਜਾਏਗੀ। ਦਵਿੰਦਰ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਰਜੇਵਿਆਂ 'ਚੋਂ ਇੰਨਾ ਸਾਨੂੰ ਸਮਾਂ ਦਿੱਤਾ, ਅਸੀਂ ਧੰਨਵਾਦੀ ਹਾਂ, ਮੈਂ ਤੇ ਮੇਰੇ ਦਰਸ਼ਕ। ਇਹ ਸਨ ਦਵਿੰਦਰ ਸ਼ਰਮਾ, ਕੌਮਾਂਤਰੀ ਪੱਧਰ ਦੇ ਖੇਤੀ ਮਾਮਲਿਆਂ ਦੇ ਮਾਹਰ। ਬੇਸ਼ੱਕ ਗੱਲ ਆਪਾਂ ਕੇਂਦਰੀ ਬਜਟ ਦੀ ਕੀਤੀ ਹੈ, ਪਰ ਇਹਨਾਂ ਨੇ ਬੜਾ ਦਲੇਰੀ ਨਾਲ ਇਹ ਗੱਲ ਕਹੀ ਹੈ
ਕਿ ਕਿਸ ਤਰ੍ਹਾਂ ਕੇਂਦਰੀ ਬਜਟ ਦੇ ਵਿੱਚ ਲੁੱਟਿਆ ਗਿਆ ਇਸ ਦੇਸ਼ ਦਾ ਕਿਸਾਨ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਧੰਨਵਾਦੀ ਹਾਂ। ਤੇ ਜੀ ਆਪਾਂ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।